ਤੁਹਾਡੇ ਆਗੇ ਅਰਦਾਸ ਮਾਰੀ, ਜਿਉ ਪਿੰਡ ਸਭ ਤੇਰਾ, ਕੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨ ਜਾਣੇ ਮੇਰਾ। ਆਦਿ ਕਾਜੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਤੇ ਗੁਰੂ ਅਮਰਦਾਸ ਰਾਮਦਾਸੇ ਹੋਈ ਸਹਾਇ। ਅਰਜਨ ਹਰਗੋਬਿੰਦ ਨੂੰ ਸਿਮਰਨ ਸ੍ਰੀ ਆਲਾਏ। ਸ੍ਰੀ ਹਰਿਕ੍ਰਿਸ਼ਨ ਤੇ ਆਈਏ, ਜੇ ਜਿੱਥੇ ਸਭ ਦੁਖ ਜਾਏ। ਸ੍ਰੀ ਗੁਰੂ ਤੇਗ ਬਹਾਦਰ ਸਿਮਰਿਏ, ਕਰਨੋਂ ਨਿਦਾਵੇ ਤਾਏ। ਦਸਮ ਪਾਤਸ਼ਾਹ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਣਾ ਸਹਾਇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, आप जी की पितर वाणी की महिमा कही न जाए। धन धन सतगुरु बालक सिंह साहिब सिमरिए, जिन धर्म दा मार्ग दिया बताए। धन धन सतगुरु संगता जी, धन धन सतगुरु राम सिंह जी, जिन्हा नाम दिया बताए। धन धन सतगुरु नारायण दास साहिब जी, जिन जम तो लिया चढ़ाए। धन धन सतगुरु साधु राम साहिब जी, जिन चरनी याद लगाए। धन धन सतगुरु भगवान दास जी, जो अंते होए सहाय। धन धन सतगुरु सेवा राम साहिब जी, जो अंग संग होए सहाय। निमाणिया दे मान सतगुरु, नीताणिया दे तान सतगुरु। नेओ ज्ञान दियो नियासियों के आसरा, निर्लज्ञां दी लज निपत्यां दी पत। गुरु गरीब निवास सच्चे पातशाह जी, आप दी अजूरी संगतां कतर होके, आप दे चरण कमला चा दास बेनती जोड़ियां कर रही हैं। कीता लोड़िए कम सुहर प्या किए, काले जे सुहार सतगुर सजता किए। संतां संग निधान अमृत जा किए, पै पंजन मेरवान दास की राखिए। नानक हर गुण गाया लख प्रभ राखिए। आप जी जे माँ वाक अनुसार, आप जी जी ओट आसरा लैक। आप बेर करनी बख्शिश करनी, शुद्ध बाणी पढ़ंदा बल बख्शना। जो आप जी मिठे मिठे वचन करोगे, ये आप जहाँ संगतां दे दे सामने बख्शिश ते रहमतां करनियां पातशाह। आप इयां संगतां नूं आप उदम उचा बख्श के आपने दस दरबार दी हाजिरियां बख्शनियां पातशाह। बख्शिश करना विछड़ी ना विसारी, ना भुली ते ना भुलावी। चरनां दा प्यार बख्शना, अमृत वेल का जागना बख्शना, इशनान का दान बख्शना। दोनों कदम चने बख्शना, श्वास श्वास भजन करने की ताकत बख्शनी। आपने सूर साहब के रचन सचखंड दरबार दियां हाजिरियां बख्शियां। बख्शे ते रहमतां करनियां सर्वत संगत दे पातशाह जी। अरदास बेनती है पातशाह, तुम करो दया मेरे साईं। ऐसी मत दीजिए मेरे ठाकर, सदा सदा तुझ्याई बख्शिश करनी। आप जी के हुक्म अनुसार चार पैर सुखली बतीत हुई है। दिन चलिया पातशाह जी, आप जी का कोट कोट शुकराना है। अपनी गोद बख्शी ने बाकी अमृत वेले दी, बाकी का दिन सुखला बताना। सही सजन मिलना, जिन्ना मेरिया उच्चा सुच्चा नाम चेता होवे। श्री गुरु नानक नाम चढ़दी कला, तेरे पानी सरबत का भला। तारे अजान ले अभिमान, जिन्नी दर्शन पाया। जिन्नी तुधनो तन के तिन जम नेड़ ना आया। तारे अजान ले अभिमान, जिन्नी दर्शन पाया। जिन्नी तुधनो तन किया, तिन जम नेड़ ना आया।
ਤਾਰਿਆ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋ ਤਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋ ਤਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋ ਤਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋ ਤਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋ ਤਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋ ਤਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋ ਤਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋ ਤਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋ ਤਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋ ਤਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋ ਤਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋ ਤਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋ ਤਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋ ਤਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋ ਤਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋ ਤਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋ ਤਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋ ਤਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋ ਤਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋ ਤਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਾਨ ਲਿਆ ਬਿਮਾਨ
ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋ ਤਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋ ਤਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋ ਤਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋ ਤਨ ਕਿਆ ਤਿਨ ਜਮ ਨੇੜ ਨਾ ਆ। ਮਨ ਸਾਚਾ ਮੁਖ ਸਾਚਾ ਸੋਏ ਸਾਚਾ ਤੇਰਾ ਨਾਮ ਜੀ। ਨਿਰਭਉ ਤੇ ਨਿਰਵੈਰ ਮੇਰੇ ਸਤਿਗੁਰ ਸੇਵਾ। ਸਤਿਗੁਰ ਸੇਵਾ ਰਾਮ ਜੀ। ਸਾਡੇ ਅੰਗ ਸੰਗ ਹੋਏ ਸਾਏ। ਸਤਿਗੁਰ ਸੇਵਾ ਰਾਮ ਜੀ। ਸਾਡੇ ਅੰਗ ਸੰਗ ਹੋਏ। ਸਾਹਿਬ ਸੰਤ ਮਾਤਾ ਜੀ ਨੇ ਕੀਤਾ ਹੈ ਕਮਾਲ। ਸਾਰਿਆਂ ਨੂੰ ਇਕੱਠਾ ਕਰਕੇ ਰੱਖਿਆ ਹੈ ਸਮ। ਜਪਦੇ ਨਾਮ ਜਪਾਂਦੇ ਇਹ ਇਹਨਾਂ ਦਾ ਕਾਰੋਬਾਰ। ਧੰਨ ਧੰਨ ਸ਼੍ਰੀ ਗੁਰੂ ਨਾਨਕ ਜਾਵਾ ਚਰਨਾਂ ਤੋਂ ਬਲਿਆ। ਧੰਨ ਧੰਨ ਛੇਵੇਂ ਪਾਤਸ਼ਾਹ ਦੇ ਜਾਵਾ ਚਰਨਾਂ ਤੋਂ ਬਲਿਆ। ਧੰਨ ਧੰਨ ਸਾਹਿਬ ਸੰਤ ਮਾਤਾ ਜੀ ਦੇ ਚਰਨਾਂ ਤੋਂ ਬਲਿਆ। ਜਾਵਾ ਚਰਨਾਂ ਤੋਂ ਬਲਿਆ। ਧੰਨ ਧੰਨ ਸਤਿਗੁਰੂ ਸੰਗਤਾ ਸਾਹਿਬਾ ਸਦਾਈ। ਧੰਨ ਧੰਨ ਸਤਿਗੁਰੂ ਭਗਵਾਨ ਦਾਸ ਸਾਹਿਬ ਆਪ ਜੀ ਦੀ ਸਦਾਈ। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਆਪ ਜੀ ਦੀ। ਧੰਨ ਧੰਨ ਸਾਹਿਬ ਸੰਤ ਮਾਤਾ ਜੀ ਆਪ ਜੀ ਨੂੰ ਕੋਟ ਕੋਟ ਨਮਸਕਾਰ। दंडोत वंदन अनक बार। सर्व कला समरथ डोलन तेरा खो प्रभु। नानक दे कर हथ हो सिफत खसम दी। नूर अरसो कुरसो चटिया तुद डिठे सच्चे पातशाह। मल जन्म जन्म दी मैं गरीब सच टेक तो। मेरे सतगुर पूरे देख तुम्हारा दर्शनो। मेरा मन तारे जान लिया अभिमान। जिनी दर्शन पाया जिनी तुधनो तन किया इन जम नेड़ ना।
ਜਿਨੀ ਤੁਧ ਨੂੰ ਤਨ ਕਿਆ, ਤਿਨ ਜਮ ਨੇੜੇ ਨਾ ਆਇਆ। ਸ੍ਰੀ ਸਤਿਗੁਰ ਸੰਗਤਾ ਸਾਹਿਬ ਜੀ ਪਾਤਸ਼ਾਹੀ 12ਵੀਂ। ਪਲੰਗ ਸਾਹਿਬ ਸ੍ਰੀ ਸਤਿਗੁਰੂ ਸੰਗਤਾ ਸਾਹਿਬ ਜੀ। ਏਕ ਓੰਕਾਰ ਸਤਿਗੁਰ ਪ੍ਰਸਾਦ। ਤਨ ਤਨ ਸ੍ਰੀ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ। ਤਨ ਤਨ ਸ੍ਰੀ ਸਤਿਗੁਰੂ ਬਾਬਾ ਸੰਗਤਾ ਸਾਹਿਬ ਸੱਚੇ ਪਾਤਸ਼ਾਹ ਜੀ। ਤਨ ਤਨ ਸ੍ਰੀ ਸਤਿਗੁਰੂ ਨਰੈਣ ਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਤਨ ਤਨ ਸ੍ਰੀ ਸਤਿਗੁਰ ਸਾਧੂ ਰਾਮ ਸਾਹਿਬ ਸੱਚੇ ਪਾਤਸ਼ਾਹ। ਤਨ ਤਨ ਸ੍ਰੀ ਸਤਿਗੁਰੂ ਭਗਵਾਨ ਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਤਨ ਤਨ ਸ੍ਰੀ ਸਤਿਗੁਰੂ ਸੇਵਾ ਰਾਮ ਸਾਹਿਬ ਸੱਚੇ ਪਾਤਸ਼ਾਹ ਜੀ। ਤਨ ਤਨ ਸਾਹਿਬ ਸੰਤ ਮਾਤਾ ਜੀ ਆਪ ਜੀ ਨੂੰ ਕੋਟ ਕੋਟ ਨਮਸਕਾਰ। ਏਕ ਓੰਕਾਰ ਸ੍ਰੀ ਸਤਿਗੁਰੂ ਸੰਗਤਾ ਸਾਹਿਬ ਜੀ ਸਹਾਇ। ਅਥ जीवन वृतांत श्री सतगुरु बाबा संगता साहिब सच्चे पातशाह जी का लिखित। श्री सतगुरु बाबा संगता साहिब जी हज़रो साहिब विखे प्रगटे, जिन्हां दे पिता जी दा नाम बाबा फिराया सिंह जी सी ते माता जी दा नाम माता जीवा जी सी। श्री सतगुरु बाबा संगता साहिब जी हज़रो साहिब विखे प्रगटे, जिन्हां दे पिता जी दा नाम बाबा फिराया सिंह जी सी ते माता जी दा नाम माता जीवा जी सी। संवत 1943 संवत 1843 संवत 1843 बिक्रमी मिति असु सुधी पूर्णमाशी एक पैर रात रहिंदी माता जीवा जी दे गृह विखे श्री सतगुरु बाबा संगता साहिब जी प्रगटे। श्री सतगुरु बाबा संगता साहिब जी छोटी अवस्था विच किसी खास लगन विच रहिंदे सन। रोज सवेरे बाबा फिराया सिंह जी नाल मिलकर कीर्तन करन। सो इसी तरह बहुत सारा समा बीत गया। जद श्री सतगुरु बाबा संगता साहिब जी
ਬਰਸਾਂ 21 ਦੇ ਹੋਏ ਤਾਂ ਇਹਨਾਂ ਦਾ ਵਿਵਾਹ ਭਾਈ ਨਿਹਾਲ ਚੰਦ ਜੀ ਦੇ ਘਰ ਮਾਤਾ ਹਰਦੇਈ ਜੀ ਨਾਲ ਹੋਇਆ। ਸੰਵਤ 1869 ਬਿਕਰਮੀ ਨੂੰ ਭਾਈ ਪ੍ਰਭਾ ਜੀ ਬੜੇ ਸਾਹਿਬਜ਼ਾਦੇ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੇ ਘਰ ਪ੍ਰਗਟ ਹੋਏ ਤੇ ਸੰਵਤ 1973 ਬਿਕਰਮੀ ਨੂੰ ਬਾਬਾ ਨਾਰਾਇਣ ਸਾਹਿਬ ਜੀ ਪ੍ਰਗਟੇ। ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੇ ਇੱਕ ਭਰਾਤਾ ਜੀ ਵੀ ਸਨ ਜੋ ਉਮਰ ਵਿੱਚ ਉਹਨਾਂ ਤੋਂ ਵੱਡੇ ਸਨ, ਜਿਨ੍ਹਾਂ ਦਾ ਨਾਮ ਭਾਈ ਗੁਰਮੁਖ ਦਾਸ ਜੀ ਸੀ। ਇਹਨਾਂ ਦੇ ਘਰ ਇੱਕ ਹੀ ਸਾਹਿਬਜ਼ਾਦਾ ਹੋਇਆ ਜਿਨ੍ਹਾਂ ਦਾ ਨਾਮ ਭਾਈ ਪ੍ਰੇਮ ਸਿੰਘ ਜੀ ਸੀ। ਬਾਬਾ ਫਿਰਾਇਆ ਸਿੰਘ ਜੀ ਕੁਝ ਚਿਰ ਪਿੱਛੋਂ ਚਲਾਣਾ ਕਰ ਗਏ ਤੇ ਫਿਰ ਬਾਬਾ ਸੰਗਤਾ ਸਾਹਿਬ ਜੀ ਨੇ ਦੋਹਾਂ ਸਾਹਿਬਜ਼ਾਦਿਆਂ ਦਾ ਵਿਵਾਹ ਕੀਤਾ। ਬਾਬਾ ਨਾਰਾਇਣ ਸਾਹਿਬ ਜੀ ਦਾ ਵਿਵਾਹ ਲਾਲਾ ਦਾਸੂ ਸ਼ਾਹ ਬਤਰੇ ਦੇ ਘਰ ਮਾਤਾ ਸੰਭੋ ਜੀ ਨਾਲ ਸੰਵਤ 1893 ਬਿਕਰਮੀ ਨੂੰ ਖੁਰਖੇਲਾ ਪਿੰਡ ਵਿੱਚ ਹੋਇਆ। ਇਸ ਤੋਂ ਪਿੱਛੋਂ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਅਟਕ ਕਿਲੇ ਵਿੱਚ ਆਏ ਰਹੇ ਤੇ ਅਵਸਥਾ ਇਸ ਵੇਲੇ ਲਗਭਗ 64 ਸਾਲਾਂ ਦੀ ਹੋ ਚੁੱਕੀ ਸੀ। ਸਰੀਰ ਬਿਰਧ ਹੋ ਗਿਆ ਸੀ ਤੇ ਪੂਰੇ ਸਤਿਗੁਰ ਜੀ ਦੀ ਭਾਲ ਵੀ ਕਰਨੀ ਸੀ। ਸੋ ਕਿਸ ਤਰ੍ਹਾਂ ਹੋਵੇ, ਇੱਕ ਦਿਨ ਇਹਨਾਂ ਵਿਚਾਰਾਂ ਦੇ ਪਿੱਛੋਂ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੇ ਨੇਤਰਾਂ ਤੋਂ ਜਲ ਵਹਿ ਤੁਰਿਆ। ਡਾਢੀ ਲੱਗਣ ਲੱਗੀ ਹੈ ਜੋ ਦਿਲ ਨੂੰ ਧੋਈ ਜਾਂਦੀ ਹੈ। ਪਰ ਇਹਨਾਂ ਖਿਆਲਾਂ ਵਿੱਚ ਹੀ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਨੂੰ ਇੱਕ ਸ਼ਬਦ ਯਾਦ ਆਇਆ ਜੋ ਉਹਨਾਂ ਬੜੇ ਵੈਰਾਗ ਨਾਲ ਪੜ੍ਹਿਆ। ਤਿਲੰਗ ਮਹਿਲਾ ਪਹਿਲਾ, ਆਨੜੀਏ ਮਾਨਣਾ ਕਾਏ ਕਰੇ, ਆਪਨੜੈ ਕਰ ਹਰ ਰੰਗੋ ਕੀ ਨਾ ਮਾਣੇ। ਸਹੁ ਨੇੜੇ ਤਨ ਕਮਲੀਐ, ਬਾਹਰ ਕਿਆ ਟੁੰਡੇ, ਪੈਕੀਆ ਦੇ ਸਲਾਈਆ, ਨੈਣੀ ਪਾਉ ਕਾ ਕਰ ਸਿਗਾਰੋ। ਤਾਂ ਸੁਹਾਗਣ ਜਾਣੀਏ ਲਾਗੀ, ਜਾ ਸੋ ਤਰੇ ਪਿਆਰੋ। ਆਣੀ ਬਾਲੀ ਕਿਆ ਕਰੇ, ਜਾ ਤਨ ਕੰਤ ਨਾ ਪਾਵੈ, ਕਰਨ ਭਲਾ ਕਰੇ ਬਹੁ ਤੇਰੇ, ਸਾਧਨ ਮਹਿਲ ਨ ਪਾਵੈ। ਵੇਣ ਕਰਮਾ ਕਿਛ ਪਾਈਏ ਨਾਈ, ਜੇ ਬਹੁ ਤੇਰਾ ਤਾਵੈ। ਲੱਭ ਲੋਭ ਅੰਕਾਰ ਕੀ ਮਾਤੀ, ਮਾਇਆ ਮਾਏ ਸਮਾਣੀ। ਇਨੀ ਬਾਤੀ ਸੋ ਪਾਈਏ ਨਾਈ, ਪਈ ਕਾਮਣ ਆਣੀ। ਜਾਏ ਪੁੱਛੋ ਸੁਹਾਗਣੀ, ਵਾਹੇ ਕਿੰਨੀ ਬਾਤੀ ਸੋ ਪਾਈਐ। ਜੋ ਕਿਛ ਕਰੇ ਸੋ ਭਲਾ ਕਰ ਮਾਨੀਐ, हिकमत हुकम चुकाई है। जाके प्रेम पदारथ पाई है, ताऊ चरणी चितलाई है। सहो कह सो कीजै, तन मनो दीजै, ऐसा परमल लाई है। एव कहे सोहागणी पैणे, इन्नी बाती सो पाइए। आप गवाइए ता सो पाइए, और कैसी चतुराई।
सौ नदर कर देखे सो दिन लेखे कामन नौ निज पाई अपने कंत प्यारी साथ सुहागण नानक साथ सबराई ऐसे रंग राती सहज की माती ऐ निस पाए समाणी सुंदर साए स्वरूप बिचखण कहिए सास सियाणी। जद ਇਹ ਸ਼ਬਦ ਪੜ੍ਹ ਰਹੇ ਤਾਂ ਫਿਰ ਵੇ ਰਾਗ ਵਿੱਚ ਹੋ ਗਏ। ਇਸੇ ਤਰ੍ਹਾਂ ਸਾਰਾ ਦਿਨ ਗਿਣਤੀਆਂ ਵਿੱਚ ਗੁਜ਼ਰਿਆ। ਰਾਤ ਪੈ ਗਈ ਪਰ ਰਾਤੀ ਬਾਬਾ ਸੰਗਤਾ ਸਾਹਿਬ ਜੀ ਨੂੰ ਨੀਂਦਰ ਨਾ ਆਵੇ। ਸਾਰੀ ਰਾਤ ਗਿਣਤੀਆਂ ਵਿੱਚ ਹੀ ਬਿਤਾਈ। ਜਦ ਵੱਡਾ ਵੇਲਾ ਹੋਇਆ ਤਾਂ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਨੇ ਦਖਨੇਰੋਂ ਅਟਕ ਜਾਵਣਾ ਸੀ, ਕਿਉਂਕਿ ਦਖਨੇਰ ਹੱਟੀ ਬਾਬਾ ਨਾਰਾਇਣ ਸਾਹਿਬ ਜੀ ਕਰਦੇ ਸਨ ਤੇ ਕਾਰ ਅਟਕ ਕਿਲੇ ਵਿੱਚ ਸੀ। ਸੋ ਸਵੇਲੇ ਬਾਬਾ ਨਾਰਾਇਣ ਸਾਹਿਬ ਜੀ ਨੂੰ ਆਖਣ ਲੱਗੇ, ਜੋ ਸਾਡੀ ਮਰਜ਼ੀ ਹਜ਼ਰੋ ਜਾਵਣ ਦੀ ਹੈ। ਤਾਂ ਬਾਬਾ ਨਾਰਾਇਣ ਸਾਹਿਬ ਜੀ ਨੇ ਆਖਿਆ, ਜੋ ਜੀ ਮੈਂ ਵੀ ਹਜ਼ਰੋ ਜਾਵਣਾ ਹੈ। ਜੋ ਕੁਝ ਸੌਦਾ ਹੱਟੀ ਵਾਸਤੇ ਆਣਨਾ ਹੈ। ਤਾਂ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਤੇ ਬਾਬਾ ਨਾਰਾਇਣ ਸਾਹਿਬ ਜੀ ਹਜ਼ਰੋ ਵੱਲ ਟੁਰ ਪਏ। ਨਾਲ 2 ਵਹਿਤਰ ਵੀ ਲਿੱਤੇ। ਜਿਹੜਾ ਸੌਦਾ ਹੱਟੀ ਲਈ ਲੋੜ ਸੀ ਬਾਬਾ ਨਾਰਾਇਣ ਸਾਹਿਬ ਜੀ ਨੇ ਜਾ ਕਰ ਲੈ ਲਿੱਤਾ। ਤੇ ਰਾਤੀ ਭਾਈ ਮੰਗਲੂ, ਭਾਈ ਬੀੜਾ ਤੇ ਭਾਈ ਨੰਦਾ, ਜੋ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੇ ਸਾਲੇ ਸਨ, ਉਹਨਾਂ ਦੇ ਘਰ ਰਹੇ। ਜਦ ਦੂਜਾ ਦਿਨ ਹੋਇਆ ਤਾਂ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦਖਨੇਰ ਵੱਲ ਟੁਰਨ ਲੱਗੇ। ਤਾਂ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੀ ਸੱਸ ਆਖਣ ਲੱਗੀ, ਜੋ ਨਾਰਾਇਣ 1-2 ਦਿਨ ਇੱਥੇ ਟਿਕਾ ਰਵੇ। ਤਾਂ ਬਾਬਾ ਸੰਗਤਾ ਸਾਹਿਬ ਜੀ ਨੇ ਆਖਿਆ, ਜਿਸ ਤਰ੍ਹਾਂ ਨਾਰਾਇਣ ਦੀ ਮਰਜ਼ੀ ਹੈ ਕਰੇ। ਤਾਂ ਬਾਬਾ ਨਾਰਾਇਣ ਸਾਹਿਬ ਜੀ ਉੱਥੇ ਹੀ ਰਹਿ ਪਏ। ਤੇ ਬਾਬਾ ਸੰਗਤਾ ਸਾਹਿਬ ਜੀ ਦੋਵੇਂ ਵੈਤਰਾਂ ਤੇ ਸੌਦਾ ਲੱਦ ਕਰ ਦਖਨੇਰ ਵੱਲ ਟੁਰ ਪਏ। ਤੇ ਬਾਬਾ ਸੰਗਤਾ ਸਾਹਿਬ ਜੀ ਨੂੰ ਸੱਸ ਨਾਲ ਬਾਹਰ ਲੰਘਾਉਣ ਲਈ ਆਈ। ਪਰ ਬਾਬਾ ਸੰਗਤਾ ਸਾਹਿਬ ਜੀ ਬਹੁਤ ਉਦਾਸੀ ਦੇ ਘਰ ਵਿੱਚ ਸਨ। ਸੋ ਜਦ ਘਰੋਂ ਬਾਹਰ ਨਿਕਲੇ ਤਾਂ ਅੰਦਰ ਡਾਢੀ ਧੂਲ ਲੱਗੀ, ਜਿਸ ਤਰ੍ਹਾਂ ਕੋਈ ਤਾਕਤ ਆਪਣੀ ਵੱਲ ਖਿੱਚਦੀ ਹੈ। ਸੋ ਬਾਬਾ ਸੰਗਤਾ ਸਾਹਿਬ ਜੀ ਦਾ ਕਦਮ ਚੱਲਣੋਂ ਰੁਕ ਗਿਆ ਤੇ ਆਪਣੀ ਸੱਸ ਨੂੰ ਆਖਣ ਲੱਗੇ, ਜੋ ਤੂੰ ਵੈਤਰਾਂ ਕੋਲ ਖਲੋ ਤੇ ਮੈਂ ਸ੍ਰੀ ਸਤਿਗੁਰ ਬਾਲਕ ਸਿੰਘ ਜੀ ਅੱਗੇ ਮੱਥਾ ਟੇਕ ਆਵਾਂ। ਤਾਂ ਸੱਸ ਨੇ ਆਖਿਆ, ਜੋ ਅੱਜ ਸਾਡੇ ਧਨ ਭਾਗਨ, ਜੋ ਤੂੰ ਸਾਡਾ ਦਿਲ ਵੀ ਅੱਜ ਸ੍ਰੀ ਸਤਿਗੁਰ ਬਾਲਕ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਜਾਣ ਵੱਲ ਹੋਇਆ ਹੈ। ਇਸ ਤੋਂ ਪਹਿਲੋਂ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੀ ਸੱਸ ਨੇ ਤੇ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੇ ਸਾਲਿਆਂ ਨੇ ਬਾਬਾ ਸੰਗਤਾ ਸਾਹਿਬ ਜੀ ਨੂੰ ਕਈ ਵਾਰ ਪ੍ਰੇਰਨਾ ਕੀਤੀ, ਜੋ ਸਤਿਗੁਰ ਬਾਬਾ ਬਾਲਕ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਚੱਲੋ। ਪਰ ਬਾਬਾ ਸੰਗਤਾ ਸਾਹਿਬ ਜੀ ਇਹ ਆਖ ਕੇ ਟਾਲ ਦਿਆ ਕਰਨ, ਜੋ ਜਿਸ ਵੇਲੇ ਸ੍ਰੀ ਸਤਿਗੁਰ ਬਾਲਕ ਸਿੰਘ ਸਾਹਿਬ ਜੀ ਦੀ ਰਜ਼ਾ ਹੋਈ ਤਾਂ ਆਪੇ ਆਪਣਿਆਂ ਚਰਨਾਂ ਵਿੱਚ ਬੁਲਾ ਲੈ ਸਨ, ਆਪੇ ਪ੍ਰੇਰਨਾ ਕਰ ਸਨ। ਸੋ ਸੱਚਮੁੱਚ ਆਈ ਸਮਾਂ ਪੂਰਾ ਹੋ ਗਿਆ ਸੀ।
ਸ੍ਰੀ ਸਤਿਗੁਰ ਬਾਲਕ ਸਿੰਘ ਸਾਹਿਬ ਜੀ ਨੇ ਇਸ ਤਰ੍ਹਾਂ ਤਾਰ ਨੂੰ ਖਿੱਚਿਆ ਜੋ ਬਾਬਾ ਸੰਗਤਾ ਸਾਹਿਬ ਜੀ ਵੈਤਰ ਰਾਏ ਵਿੱਚ ਹੀ ਸੱਸੂ ਕੋਲ ਛੋੜ ਕਰ ਮਿਤੀ ਭਾਦਰੋ ਦਿਨੇ 12 ਸੰਵਤ 1907 ਬਿਕਰਮੀ ਨੂੰ ਸ੍ਰੀ ਸਤਿਗੁਰ ਬਾਲਕ ਸਿੰਘ ਸਾਹਿਬ ਜੀ ਦੇ ਚਰਨਾਂ ਤੇ ਜਾਈ ਟੱਠੇ। ਇਹ ਕੋਤਕ ਵੇਖ ਕਰ ਬਾਬਾ ਸੰਗਤਾ ਸਾਹਿਬ ਜੀ ਦੀ ਸੱਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ, ਕਿਉਂਕਿ ਇਹ ਸਾਰਾ ਟੱਬਰ ਹੀ ਜਗਿਆਸੀਆਂ ਦਾ ਸੀ। ਸੋ ਫਿਰ ਜਿਸ ਤਰ੍ਹਾਂ ਵੈਤਰ ਬਾਬਾ ਨਾਰਾਇਣ ਸਾਹਿਬ ਜੀ ਨੇ ਘਰ ਆਂਦੇ ਤੇ ਜਿਹੜਾ ਸ਼ਬਦ ਪਿੱਛੇ ਆਇਆ ਸੀ, ਇਹ ਆਨੜੀਏ ਮਾਨਣਾ ਕਾਇ ਕਰੇ, ਸੋ ਇਸ ਦਾ ਅੱਖਰ ਅੱਖਰ ਸੇਵਾ ਕਰਕੇ ਬਾਬਾ ਸੰਗਤਾ ਸਾਹਿਬ ਜੀ ਨੇ ਪੂਰਾ ਕੀਤਾ। ਇਹ ਸਾਰਾ ਬ੍ਰਿਤਾਂਤ ਹਿੱਸਾ ਪਹਿਲਾ ਸ੍ਰੀ ਸਤਿਗੁਰ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਚਰਿਤ ਵਿੱਚ ਆਇਆ ਹੋਇਆ ਹੈ, ਜੋ ਬਾਬਾ ਸੰਗਤਾ ਸਾਹਿਬ ਜੀ ਨੇ ਕਿਸ ਤਰ੍ਹਾਂ ਸੇਵਾ ਕਰਕੇ ਆਪਣੇ ਸੱਚੇ ਮਾਲਕ ਨੂੰ ਰਿਝਾਇਆ ਤੇ ਤਨ ਮਨ ਧਨ ਸੌਂਪ ਕਰ ਆਪਣੇ ਆਪ ਨੂੰ ਸੱਚੇ ਮਾਲਕ ਸੱਚੇ ਸਤਿਗੁਰ ਜੀ ਦੇ ਚਰਨਾਂ ਤੋਂ ਕੁਰਬਾਨ ਕੀਤਾ ਹੈ। ਪਰ ਧੰਨ ਸ੍ਰੀ ਸਤਿਗੁਰ ਬਾਲਕ ਸਿੰਘ ਜੀ ਵੀ ਹਨ, ਜੋ ਜਿਨ੍ਹਾਂ ਨੇ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਨੂੰ ਸਰਬ ਪ੍ਰਕਾਰ ਪੂਰਨ ਸਮਝ ਕਰ ਮੱਘਰ ਸੁਦੀ 3 ਵਾਰ ਬੁੱਧ ਸੰਵਤ 1919 ਬਿਕਰਮੀ ਨੂੰ ਗੁਰਿਆਈ ਦਾ ਤਖਤ ਸੌਂਪ ਕਰ ਆਪਣੇ ਆਪ ਨੂੰ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਵਿੱਚ ਰੱਖ ਦਿੱਤਾ। ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਨੂੰ ਸਰਬ ਪ੍ਰਕਾਰ ਪੂਰਨ ਸਮਝ ਕਰ ਮੱਘਰ ਸੁਦੀ 3 ਵਾਰ ਬੁੱਧ ਸੰਵਤ 1919 ਬਿਕਰਮੀ ਨੂੰ ਗੁਰਿਆਈ ਦਾ ਤਖਤ ਸੌਂਪ ਕਰ ਆਪਣੇ ਆਪ ਨੂੰ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਵਿੱਚ ਰੱਖ ਦਿੱਤਾ। ਸੋ ਹੁਣ ਅਗਲਾ ਪ੍ਰਸੰਗ ਉੱਥੋਂ ਸ਼ੁਰੂ ਹੋ ਸੀ, ਜੋ ਜਿਸ ਵੇਲੇ ਸ੍ਰੀ ਸਤਿਗੁਰ ਬਾਲਕ ਸਿੰਘ ਸਾਹਿਬ ਜੀ ਦਾ ਸੰਸਕਾਰ ਹੋਇਆ ਤੇ ਬਾਬਾ ਸੰਗਤਾ ਸਾਹਿਬ ਜੀ ਪਹੁੰਚੇ ਤੇ ਸ੍ਰੀ ਸਤਿਗੁਰ ਬਾਲਕ ਸਿੰਘ ਸਾਹਿਬ ਜੀ ਦਾ ਵਿਛੋੜਾ ਨਾ ਸਹਾਰਦੇ ਹੋਏ ਕੜਮ ਕਰਦੇ ਡਿੱਗੇ ਤੇ ਭਾਈ ਨੰਦਾ ਤੇ ਭਾਈ ਮੰਗਲੂ, ਜੋ ਬਾਬਾ ਸੰਗਤਾ ਸਾਹਿਬ ਜੀ ਦੇ ਸਾਲੇ ਸਨ, ਬਾਬਾ ਸੰਗਤਾ ਸਾਹਿਬ ਜੀ ਨੂੰ ਚਾਹੇ ਕਰ ਆਪਣੇ ਘਰ ਲੈ ਆਏ। ਸੋ ਹੁਣ ਅਗਲੇ ਪ੍ਰਸੰਗ ਵਿੱਚ ਸੁਣੋਗੇ ਜੋ ਕਿਸ ਤਰ੍ਹਾਂ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਸ੍ਰੀ ਸਤਿਗੁਰ ਬਾਲਕ ਸਿੰਘ ਸਾਹਿਬ ਜੀ ਦੇ ਵਿਛੋੜੇ ਵਿੱਚ 40 ਦਿਨ ਬਧੇ ਰਹੇ। ਕਿਸ ਤਰ੍ਹਾਂ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਸ੍ਰੀ ਸਤਿਗੁਰ ਬਾਲਕ ਸਿੰਘ ਸਾਹਿਬ ਜੀ ਦੇ ਵਿਛੋੜੇ ਵਿੱਚ 40 ਦਿਨ ਬਧੇ ਰਹੇ। ਸਾਖੀ ਪੂਰੀ ਹੋਈ। ਅੱਗੇ ਸਾਖੀ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੀ 40 ਦਿਨ ਬਧੇ ਹੋਵਣ ਦੀ ਚੱਲੀ। ਏਕ ਓੰਕਾਰ ਸਤਿਗੁਰ ਪ੍ਰਸਾਦ, ਤਨ ਤਨ ਸ੍ਰੀ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ। ਤਨ ਤਨ ਸ੍ਰੀ ਸਤਿਗੁਰੂ ਬਾਬਾ ਸੰਗਤਾ ਸਾਹਿਬ ਸੱਚੇ ਪਾਤਸ਼ਾਹ ਜੀ।
ਜਿਸ ਵੇਲੇ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਨੂੰ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੇ ਸਾਲੇ ਆਪਣੇ ਘਰ ਛਾਏ ਕਰ ਲੈ ਆਏ ਤਾਂ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਬਧੇ ਸਨ। ਦੇਹ ਦੀ ਕੋਈ ਸੁੱਧ ਨਹੀਂ ਸੀ। ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੇ ਰੋਮ ਰੋਮ ਵਿੱਚੋਂ ਇਹ ਆਵਾਜ਼ ਆਉਂਦੀ ਸੀ, ਜੋ ਤੂੰ ਹੀ ਨਿਰੰਕਾਰ ਹੈ, ਤੂੰ ਹੀ ਨਿਰੰਕਾਰ ਹੈ, ਮੈਂ ਬੰਦਾ ਤੇਰਾ ਹਾਂ। ਸੋ ਇਸੀ ਦਸ਼ਾ ਵਿੱਚ ਉਹ ਦਿਨ ਗੁਜ਼ਰ ਗਿਆ। ਪਰ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੇ ਵਿੱਚ ਨਾ ਆਏ। ਫਿਰ ਰਾਤ ਵੀ ਗੁਜ਼ਰ ਗਈ। ਦੂਜਾ ਦਿਨ ਹੋਇਆ ਤਾਂ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੇ ਸੰਬੰਧੀ ਲੱਗੇ ਆਵਾਜ਼ਾਂ ਮਾਰਨ। ਪਰ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਬੋਲਣ ਨਹੀਂ। ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੀ ਸਮਾਧੀ 10ਵੇਂ ਦੁਆਰ ਲੱਗੀ ਹੋਈ ਸੀ। ਬੇਗਮਪੁਰੇ ਵਿੱਚ ਸਵਾਦ ਤੇ ਰਸ ਲੈ ਰਹੇ ਸਨ। ਸੋ ਇਸੀ ਤਰ੍ਹਾਂ 2-4 ਦਿਨ ਹੋਰ ਗੁਜ਼ਰ ਗਏ। ਪਰ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੇ ਵਿੱਚ ਨਾ ਆਏ। ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੇ ਸੰਬੰਧੀਆਂ ਨੇ ਹਦੋਂ ਪਰੇ ਸੇਵਾ ਕੀਤੀ। ਵੱਡੇ ਵੱਡੇ ਸਿਆਣੇ ਬੁਲਾਏ, ਹਰ ਪ੍ਰਕਾਰ ਦੀਆਂ ਮਾਲਸ਼ਾਂ ਕੀਤੀਆਂ, ਪਰ ਕਿਸੇ ਨੂੰ ਪਤਾ ਨਾ ਲੱਗੇ ਜੋ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਕਿਉਂ ਨਹੀਂ ਬੋਲਦੇ। ਇਸੀ ਤਰ੍ਹਾਂ 1-2 ਦਿਨ ਹੋਰ ਬੀਤ ਗਏ ਤਾਂ ਭਾਈ ਨੰਦੇ ਜੀ ਨੇ ਬਾਬਾ ਨਰੈਣ ਸਾਹਿਬ ਜੀ ਵੱਲ ਬਰੋਠੇ ਸਾਹਿਬ ਜਵਾਬ ਭੇਜਿਆ। ਤਾਂ ਬਧੇ ਹੋਣ ਤੋਂ 7ਵੇਂ ਦਿਨ ਬਾਬਾ ਨਰੈਣ ਸਾਹਿਬ ਜੀ ਹਜ਼ਰਤ ਸਾਹਿਬ ਵਿੱਚ ਪਹੁੰਚ ਗਏ। ਬਾਬਾ ਨਰੈਣ ਸਾਹਿਬ ਜੀ ਨੇ ਵੀ ਆਏ ਕਰ ਗਲ ਵਿੱਚ ਪੱਲਾ ਪਾਈ ਕਰ ਬੇਨਤੀ ਕੀਤੀ। ਪਰ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਨਾ ਬੋਲੇ। ਜੇਕਰ ਨੀਂਦ ਲਾ ਕਰ ਕੋਈ ਵੇਖੇ ਤਾਂ ਇਤਨਾ ਪਤਾ ਲੱਗਦਾ ਸੀ ਜੋ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੇ ਸਰੀਰ ਵਿੱਚੋਂ ਬਹੁਤ ਮੱਧਮ ਸੁਰ ਨਾਲ ਰੋਮ ਰੋਮ ਵਿੱਚੋਂ ਭਜਨ ਦੀ ਆਵਾਜ਼ ਆਉਂਦੀ ਸੀ। ਸੋ ਜਿਨ੍ਹਾਂ ਨੂੰ ਸ੍ਰੀ ਸਤਿਗੁਰ ਜੀ ਨੇ ਨਜ਼ਰ ਦਿੱਤੀ ਸੀ ਉਹ ਆਖਦੇ ਸਨ, ਜੋ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਆਪ ਭਜਨ ਦਾ ਸਰੂਪ ਹੈਵਨ। ਸੋ ਇਹ ਅਵਸਥਾ ਵੇਖ ਕਰ ਬਾਬਾ ਨਰੈਣ ਸਾਹਿਬ ਜੀ ਨੇ ਬੜੇ ਵੈਰਾਗ ਵਿੱਚ ਹੋ ਕਰ ਇਹ ਸ਼ਬਦ ਪੜਿਆ। ਰਾਗ ਸੋਰਠ ਮਹਲਾ ਪੰਜਵਾਂ। ਸੁਨੋ ਬਿਨੰਤੀ ਠਾकुर ਮੇਰੇ, ਜੀ ਜਾਂਤ ਤੇਰੇ ਧਾਰੇ, ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ। ਪ੍ਰਭ ਜੀਓ ਖਸਮਾ ਨਾ ਕਰ ਪਿਆਰੇ, ਬੁਰੇ ਭਲੇ ਅਮ ਥਾਰੇ ਰਾਓ। ਸੁਣੀ ਪੁਕਾਰ ਸਮਰੱਥ ਸੁਆਮੀ, ਬੰਧਨ ਕਾਟ ਸਵਾਰੇ। ਪੈਰ ਸਿਰ ਪਾਓ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਾਰੇ। ਜਦ ਸ਼ਬਦ ਬਾਬਾ ਨਰੈਣ ਸਾਹਿਬ ਜੀ ਨੇ ਵੈਰਾਗ ਵਿੱਚ ਪੜਿਆ ਤਾਂ ਜਿਤਨੇ ਸੰਬੰਧੀ ਕੋਲ ਬੈਠੇ ਹੋਏ ਸਨ ਸਾਰਿਆਂ ਦਾ ਰੁਦਨ ਛੁੱਟ ਗਿਆ। ਇਸੀ ਤਰ੍ਹਾਂ 3-4 ਦਿਨ ਹੋਰ ਬੀਤ ਗਏ ਤਾਂ ਬਰੋਠੇ ਸਾਹਿਬ ਵਿੱਚੋਂ ਮਾਤਾ ਸੰਭੋ ਜੀ ਵੀ ਆ ਗਏ ਤੇ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੀ ਅਵਸਥਾ ਵੇਖ ਕਰ
ਬਾਬਾ ਮਾਤਾ ਸੰਭੋ ਜੀ ਨੇ ਵੀ ਬਹੁਤ ਵੈਰਾਗ ਕੀਤਾ। ਇਸੀ ਦਸ਼ਾ ਵਿੱਚ 5 ਦਿਨ ਬੀਤ ਗਏ, ਪਰ ਸ੍ਰੀ ਸਤਿਗੁਰੂ ਬਾਬਾ ਸੰਗਤਾ ਸਾਹਿਬ ਜੀ ਦੀ ਉਹੀ ਅਵਸਥਾ ਰਹੀ। ਬਾਬਾ ਜੀ ਨਾ ਕੁਝ ਖਾਵਣ ਤੇ ਨਾ ਕੁਝ ਪੀਵਣ, ਇੱਕ ਟੱਕ ਜਿਸ ਤਰ੍ਹਾਂ ਪਏ ਉਸੀ ਤਰ੍ਹਾਂ ਪਏ ਰਹੇ। ਸਰੀਰ ਸਾਰਾ ਠੰਡਾ ਹੋ ਗਿਆ, ਸਿਰ ਵਿੱਚ ਕੁਝ ਗਰਮੈਸ਼ ਸੀ ਤੇ ਤਾਲੂ ਵਾਲੀ ਜਗ੍ਹਾ ਫੁਰਕਦੀ ਸੀ। ਸੋ ਸਾਰਿਆਂ ਘਰ ਦੇ ਸੰਬੰਧੀਆਂ ਨੂੰ ਚਿੰਤਾ ਲੱਗੀ, ਜੋ ਅੱਜ 5 ਦਿਨ ਹੋ ਗਏ ਹਨ ਸ੍ਰੀ ਸਤਿਗੁਰੂ ਬਾਬਾ ਸੰਗਤਾ ਸਾਹਿਬ ਜੀ ਨੇ ਨਾ ਕੁਝ ਖਾਧਾ ਹੈ ਤੇ ਨਾ ਕੁਝ ਪੀਤਾ ਹੈ। ਸਾਰੇ ਆਖਣ ਜੋ ਅੰਨ ਦੇ ਬਿਨਾਂ ਜੀਵਣਾ ਕਿਸ ਤਰ੍ਹਾਂ ਹੋ ਸਕਦਾ ਹੈ। ਸੋ ਇਸੇ ਤਰ੍ਹਾਂ ਇਸੀ ਚਿੰਤਾ ਵਿੱਚ ਹੀ ਫੇਰ ਸਿਆਣਿਆਂ ਵੱਲ ਦੌੜੇ। ਪਰ ਜਿਹੜਾ ਸਿਆਣਾ ਆਵੇ ਆਖੇ ਜੋ ਕੋਈ ਸਮਝ ਨਹੀਂ ਆਉਂਦੀ, ਜੋ ਕਿਹੜਾ ਦੁੱਖ ਹੈ। ਬਾਬਾ ਜੀ ਤਾਂ ਕਿਸੇ ਖਾਸ ਲਗਨ ਵਿੱਚ ਹਨ ਤੇ ਇਹ ਵੀ ਬਹੁਤ ਹੈਰਾਨ ਕਰ ਦੇਣ ਵਾਲੀ ਗੱਲ ਹੈ, ਜੋ 5 ਦਿਨ ਬਿਨਾਂ ਅੰਨ ਪਾਣੀ ਦੇ ਆਦਮੀ ਕਿਸ ਤਰ੍ਹਾਂ ਜੀਵਦਾ ਰਹਿ ਸਕਦਾ ਹੈ। ਕਿਸੇ ਨੂੰ ਕੋਈ ਸਮਝ ਨਾ ਆਵੇ। ਸੋ ਜਦ ਸਿਆਣਿਆਂ ਵੀ ਆਖਿਆ ਜੋ ਸਾਡੀ ਸਮਝ ਵਿੱਚ ਕੁਝ ਨਹੀਂ ਆਉਂਦਾ, ਤਾਂ ਘਰ ਦੇ ਸੰਬੰਧੀਆਂ ਨੂੰ ਹੋਰ ਵਧੇਰੇ ਚਿੰਤਾ ਲੱਗੀ। ਪਰ ਬਾਬਾ ਨਾਰਾਇਣ ਸਾਹਿਬ ਜੀ ਸਾਰਿਆਂ ਨੂੰ ਧੀਰਜ ਦੇਵਨ ਤੇ ਆਖਣ ਜੋ ਸ੍ਰੀ ਸਤਿਗੁਰੂ ਬਾਬਾ ਸੰਗਤਾ ਸਾਹਿਬ ਜੀ ਦੀ ਸ੍ਰੀ ਸਤਿਗੁਰੂ ਬਾਬਾ ਬਾਲਕ ਸਿੰਘ ਸਾਹਿਬ ਜੀ ਦੇ ਵਿਛੋੜੇ ਵਿੱਚ 10ਵੇਂ ਦੁਆਰ ਤਾੜੀ ਲੱਗੀ ਹੋਈ ਹੈ। ਤੁਸੀਂ ਚਿੰਤਾ ਨਾ ਕਰੋ, ਭਜਨ ਕਰੋ। ਘਰ ਵੀ ਸ੍ਰੀ ਸਤਿਗੁਰੂ ਬਾਬਾ ਸੰਗਤਾ ਸਾਹਿਬ ਜੀ ਦੀ 8-8 ਦਿਨ 10ਵੇਂ ਦੁਆਰ ਤਾੜੀ ਲੱਗੀ ਰਹਿੰਦੀ ਸੀ। ਸੋ ਹੁਣ 5 ਦਿਨ ਹੋ ਗਏ ਹਨ। ਤੁਸੀਂ ਚਿੰਤਾ ਨਾ ਕਰੋ। ਸ੍ਰੀ ਸਤਿਗੁਰੂ ਬਾਬਾ ਸੰਗਤਾ ਸਾਹਿਬ ਜੀ ਦੇ ਵਿੱਚ ਆਸਨ ਜਦ ਬਾਬਾ ਨਾਰਾਇਣ ਸਾਹਿਬ ਜੀ ਨੇ ਦੱਸਿਆ ਜੋ ਘਰ ਵੀ ਬਾਬਾ ਜੀ ਦੀ 8-8 ਦਿਨ ਤਾੜੀ ਲੱਗੀ ਰਹਿੰਦੀ ਸੀ, ਤਾਂ ਸਾਰਿਆਂ ਨੂੰ ਧੀਰਜ ਆਈ। ਪਰ ਇਸੀ ਅਵਸਥਾ ਵਿੱਚ 10 ਦਿਨ ਹੋਰ ਬੀਤ ਗਏ। ਹੁਣ ਤਾਂ ਸਾਰਿਆਂ ਦੀ ਖਾਣੇ ਹੋ ਗਈ। ਸਾਰੇ ਆਖਣ ਜੋ ਅੱਜ 35 ਦਿਨ ਹੋ ਗਏ ਹਨ ਤੇ ਅਦਰੋਂ ਸ਼ਹਿਰ ਦੇ ਲੋਕ ਤਾਂ ਰੰਗਾਂ ਦੀਆਂ ਗੱਲਾਂ ਕਰਨ। ਜਿਹੜੇ ਜਗਿਆਸੀ ਸ੍ਰੀ ਸਤਿਗੁਰੂ ਜੀ ਦੇ ਲਾਡਲੇ ਸੇਵਕ ਸਨ, ਉਹ ਤਾਂ ਆਖਣ ਜੋ ਬਾਬਾ ਜੀ ਦੀ ਸਮਾਧੀ 10ਵੇਂ ਦੁਆਰ ਲੱਗੀ ਹੋਈ ਹੈ। ਪਰ ਜਿਹੜੇ ਨਿੰਦਕ ਪੁਰਸ਼ ਸਨ, ਉਹ ਆਖਣ ਭਾਈ ਬਾਬਾ ਜੀ ਤਾਂ ਅੱਜ ਕਿਤਨੇ ਦਿਨਾਂ ਤੋਂ ਗੁਜ਼ਰ ਗਏ ਹਨ। ਇਹ ਐਵੇਂ ਭਾਈ ਨੰਦੇ ਹੋਰਾਂ ਨੂੰ ਵਹਿਮ ਪਿਆ ਹੈ ਜੋ ਬਾਬਾ ਜੀ ਦੀ ਤਾੜੀ 10ਵੇਂ ਦੁਆਰ ਲੱਗੀ ਹੋਈ ਹੈ। ਇਹ ਹੋ ਸਕਦਾ ਹੈ ਜੋ 35 ਦਿਨ ਆਦਮੀ ਖਾਵੇ ਪੀਵੇ ਕੋਈ ਨਹੀਂ ਤੇ ਜੀਵਦਾ ਰਹਿ ਸਕੇ। ਸਾਡੇ ਮੰਨਣ ਵਿੱਚ ਤਾਂ ਇਹ ਗੱਲ ਨਹੀਂ ਆਉਂਦੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਹਜ਼ਰਤ ਸਾਹਿਬ ਵਿੱਚ ਹੋ ਰਹੀਆਂ ਸਨ, ਜੋ ਬਾਬਾ ਨਾਰਾਇਣ ਸਾਹਿਬ ਜੀ ਦੇ ਕੰਨਾਂ ਤੀਕਣ ਵੀ ਪਹੁੰਚੀਆਂ। ਜੋ ਬਾਬਾ ਨਾਰਾਇਣ ਸਾਹਿਬ ਜੀ ਨੇ ਨਿੰਦਕ ਪੁਰਸ਼ਾਂ ਦੇ ਬਚਨ ਨਾ ਸਹਾਰਦੇ ਹੋਏ ਸ੍ਰੀ ਸਤਿਗੁਰੂ ਬਾਬਾ ਸੰਗਤਾ ਸਾਹਿਬ ਜੀ ਅੱਗੇ ਬੇਨਤੀ ਕੀਤੀ। ਜੋ ਗਰੀਬ ਨਿਵਾਜ ਜੀ ਸ੍ਰੀ ਸਤਿਗੁਰੂ ਬਾਬਾ ਸੰਗਤਾ ਸਾਹਿਬ ਜੀ
ਦੀਨ ਦੁਨੀਆ ਦੇ ਵਾਲੀ ਸਿਰਜਣਹਾਰ ਦਾ ਧਾਰ ਜੀਓ, ਕਿਰਪਾ ਕਰਕੇ ਤੇ ਹੁਣ ਦੇ ਵਿੱਚ ਆਕਰ ਆਪਣੇ ਸੇਵਕਾਂ ਨੂੰ ਸੋਹਣੀਆਂ ਸੋਹਣੀਆਂ ਵਾਰਤਾ ਸੁਣਾਓ ਜੀ। ਹੁਣ ਜਿਹੜਾ ਸੰਸਾਰੀ ਲੋਕ ਅਪਜਸ ਕਰਦੇ ਹਨ, ਜੋ ਇਹਨਾਂ ਮੁਰਦਾ ਆਪਣੇ ਘਰ ਵਿੱਚ ਰੱਖਿਆ ਹੋਇਆ ਹੈ, ਇਹ ਸਾਡੇ ਕੋਲੋਂ ਨਹੀਂ ਸਾਰਿਆ ਜਾਂਦਾ ਜੀ। ਆਪ ਮਿਹਰ ਕਰੋ ਜੀ, ਰਹਿਮ ਕਰੋ ਜੀ, ਤੇ ਆਪਣੇ ਸੇਵਕਾਂ ਨੂੰ ਦੇ ਵਿੱਚ ਦਰਸ਼ਨ ਦੇ ਕਰ ਨਿਹਾਲ ਕਰੋ ਜੀ। ਤੇ ਫਿਰ ਇਸੀ ਬੇਨੰਤੀ ਵਿੱਚ ਬਾਬਾ ਨਾਰਾਇਣ ਸਾਹਿਬ ਜੀ ਨੇ ਗਲ ਵਿੱਚ ਪੱਲਾ ਪਾਏ ਕਰ ਇਹ ਸ਼ਬਦ ਪੜਿਆ, ਏਕ ਓਂਕਾਰ ਸਤਿਗੁਰ ਪ੍ਰਸਾਦ, ਰਾਗ ਗੁਜਰੀ ਮਹਲਾ ਪੰਜਵਾਂ कर दो। राजन में तू राजा कहिए, भूमन में पूमा, ठाकुर में ठकुराई तेरी, कोमन सिर कोमा। पिता मेरो बड़ो तनी अगमा, उस्तत कवन करी जय करते, पेख रहे बिस्माराओ। सुखियन में सुखिया तू कहिए, दातन सिर दाता, तेजन में तेजवंशी कहिए, रसियन में राता। सूरन में सूरा तू कहिए, भोगन में भोगी, ग्रसन में तू बड़ो गृहस्थी, जोगन में जोगी। गर्तन में तू करता कहिए, आचारन में आचारी, साहन में तू साचा साहा, व्यापारन में है व्यापारी। दरबारन में तेरो दरबारा, शरण पालन टीका, लक्ष्मी के तक गनी न जाइए, गन न सको सीका। नामन में तेरो प्रभ नामा, ज्ञानन में ज्ञानी, जुगतन में तेरी प्रभ जुगता, स्नानन में स्नानी। सिद्धन में तेरी प्रभ सिद्धा, कर्मन सिर कर्मा, आज्ञा में तेरी प्रभ आज्ञा, हुक्मन सिर हुक्मा। जो बुलावे त्यों बोले स्वामी, कुदरत कवन हमारी, साध संग नानक जस गायो, जो प्रभ की अत प्यारी। जिस वेले शब्द बाबा नारायण साहिब जी ने पढ़िया ਤਾਂ ਸਾਰਿਆਂ ਮੂੰਹ ਤੇ ਪੱਲੇ ਪਾ ਲਿੱਤੇ ਤੇ ਲੱਗੇ ਭਜਨ ਕਰਨ। ਕੁਝ ਚਿਰ ਪਿੱਛੋਂ ਜਦ ਸਾਰਿਆਂ ਨੇ ਮੱਥਾ ਟੇਕ ਕਰ ਮੂੰਹ ਤੋਂ ਪੱਲੇ ਲਾਏ ਤਾਂ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੀ ਇੱਕ ਪਲਕ ਚਮਕੀ, ਪਰ ਇੱਕ ਦੋ ਵਾਰੀ ਚਮਕ ਕੇ ਫਿਰ ਬੰਦ ਹੋ ਗਈ। ਇਹ ਕੋਤਕ ਵੇਖ ਕਰ ਸਾਰਿਆਂ ਦੇ ਦਿਲਾਂ ਵਿੱਚ, ਸਾਰਿਆਂ ਦੇ ਦਿਲ ਵਿੱਚ ਕੋਈ ਤਰੋਸ ਆਈ ਤੇ ਆਖਣ ਲੱਗੇ, ਜੋ ਸੱਚਮੁੱਚ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੀ ਤਾੜੀ 10ਵੇਂ ਦੁਆਰ ਲੱਗੀ ਹੋਈ ਹੈ, ਅੱਜ ਘਰ ਦੇ ਸੰਬੰਧੀਆਂ ਨੂੰ ਚਿੰਤਾ ਨਹੀਂ ਸੀ, ਪਰ ਖੁਸ਼ੀ ਨਾਲ ਸਾਰਿਆਂ ਦੇ ਨੇਤਰਾਂ ਵਿੱਚੋਂ ਜਲ ਵਗ ਰਿਹਾ ਸੀ। ਕੋਈ ਆਖੇ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਆਪ ਨਿਰੰਕਾਰ ਹਨ, ਕੋਈ ਆਖੇ ਸਭ ਕੁਝ ਇਹਨਾਂ ਦੇ ਹੱਥ ਵਿੱਚ ਹੈ, ਕੋਈ ਆਖੇ ਆਪਣੇ ਆਪ ਵਿੱਚ ਸਮਾਏ ਹੋਏ ਹਨ, ਕੋਈ ਆਖੇ ਜੋ ਆਪ ਪਰਮੇਸ਼ਵਰ ਦਾ ਰੂਪ ਹਨ।
सो अपने सेवकां नूं जितनी जितनी नज़र श्री सतगुरु बाबा संगताज साहिब जी ने बख्शी हुई सी, श्री सतगुरु जी की उपमा करी जाते सन। इसी तरह 5 दिन होर बीत गए। श्री सतगुरु बाबा संगताज साहिब जी नूं बदे होया अज पूरे 40 दिन हो गए हैं। बरोठे साहिब तो भी श्री सतगुरु बाबा संगताज साहिब जी की समाधि सुन के बहुत सारे सिख हजरों साहिब, भाई नंदा ते भाई बीड़ा जी दे घर श्री सतगुरु बाबा संगताज साहिब जी दे दर्शन लई आए सन। सारियां नूं हैरानी इस गल दी लगी हुई है, जो श्री सतगुरु बाबा संगताज साहिब जी ने अख दी पलक खोल कर फिर क्यों मीट लई है। सारे आखन जो है कोई साढ़े तो ही भुल हुई है। श्री सतगुरु जी तां अंतरजामी है, कट कट दी जानन हारा है, ते साढ़े विच हुण इतनी समर्था भी नहीं जो असी लोकां दे ताने सार सकीए। जो लोकी आखदे हन जो इन्हां ने एवें मुड़दे नूं घर रखिया होया है। बाबा जी तां कितने दिनां तो समाए गए हन, सानू की पता है। जो इहा ही भुल होई है वे लोकी आखण पर साड़ी जमान सड़ जावे। जो असी जागदी जोत निरंकार सतगुरु जी नूं आखिए जो मर गया है, नहीं, वो सदैव काल जागदा है ते जागदा रहसी। ये सच्चा सतगुरु साडा परतावा लै रहा है, जो है लोकां दे ताने सहार सकदे हन या नहीं। मेरे सिख जो मेरे दर्शन लई आवन उन्हां दी सेवा कर सकदे हन या नहीं। सो हे दातिया, कटा कटां दी जानन वालिया, अरशा कुरशा दे मालका, असी परतावियां जोगे नहीं हाँ। अपनी मेहर कर, दया कर। इस तरह आखदे आखदे भाई नंदा ते भाई बीड़ा जी दा गच्छ मिल गया ते बहुत रुदन किया। फिर बरोठे साहब वाली संगत ने ते घर दे संबंधियां ने मिलकर गल विच पल्ला पाए कर बहुत वैराग विच यह शब्द पढ़िया, एक ओंकार सतगुर प्रसाद। राग बिलावल महला पंजवा। टहल करो तेरे दास की, पग चारों बाल। मस्तक अपना पेट द्यो, गुण सुनो रसार। तुम मिलते मेरा मन जियो, तुम मिलो दयाल। निस्बासुर मन अनदोत, चितवत कृपाल रहो। जगत उदाहरण साध प्रभ, तिन लागो पाल। मोको दीजै दान प्रभ, संतन पगराल। उकत सियानप कछ नहीं, नाई कछ काल। परम पैरा को मोते, काटो जम जाल। बिनो करो करुणा पते, पिता प्रतिपाल।
ਗੁਣ ਗਾਵੋ ਤੇਰੇ ਸਾਧ ਸੰਗ, ਨਾਨਕ ਸੁਖ ਸਾਲ। ਜਦ ਇਹ ਸ਼ਬਦ ਸਾਰਿਆਂ ਮਿਲ ਕਰ ਪੜਿਆ ਤੇ ਬਹੁਤ ਵੈਰਾਗ ਕੀਤਾ ਤਾਂ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੇ ਚਰਨ ਹਿੱਲੇ। ਫਿਰ ਹੌਲੇ ਹੌਲੇ ਸਾਰਾ ਸਰੀਰ ਹਿੱਲਿਆ ਤੇ ਫਿਰ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਨੇ ਪਲਕਾਂ ਖੋਲੀਆਂ ਤੇ ਕੀ ਵੇਖਣ ਜੋ ਸਾਰੇ ਬਹੁਤ ਵਿਰਲਾਪ ਕਰ ਰਹੇ ਹਨ। ਤਾਂ ਫਿਰ ਬੜੀ ਮੱਧਮ ਆਵਾਜ਼ ਨਾਲ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਨੇ ਆਖਿਆ, ਜੋ ਤੁਸੀਂ ਕਿਉਂ ਵਿਰਲਾਪ ਕਰਦੇ ਹੋ? ਤਾਂ ਸਾਰਿਆਂ ਬੇਨਤੀ ਕੀਤੀ, ਜੋ ਗਰੀਬ ਨਿਵਾਜ ਜੀ ਅੱਜ ਪੂਰੇ 40 ਦਿਨ ਹੋ ਗਏ ਹਨ, ਤੁਸਾਂ ਨਾ ਕੁਝ ਖਾਧਾ ਹੈ ਤੇ ਨਾ ਕੁਝ ਪੀਤਾ ਹੈ, ਤੁਸਾਂ ਨੂੰ ਤਾਂ ਸੁੱਖ ਹੀ ਸੁੱਖ ਹੈ, ਪਰ ਅਸੀਂ ਸੰਸਾਰੀ ਜੀਵ ਹਾਂ। ਅਸੀਂ ਇਸ ਦਸ਼ਾ ਵਿੱਚ ਆਪ ਨੂੰ ਕਿਸ ਤਰ੍ਹਾਂ ਵੇਖ ਸਕਦੇ ਹਾਂ? ਤਾਂ ਫਿਰ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਨੇ ਆਖਿਆ, ਜੋ ਅਸੀਂ ਕੀ ਕਰੀਏ, ਸਾਡੇ ਵੱਸ ਦੀ ਗੱਲ ਨਹੀਂ। ਸ੍ਰੀ ਸਤਿਗੁਰ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੇਹ ਦਾ ਵਿਛੋੜਾ ਸਾਡੇ ਕੋਲੋਂ ਨਹੀਂ ਸਾਰਿਆ ਗਿਆ, ਕਿਉਂਕਿ ਲਿਖਿਆ ਹੈ ਦੱਖਣੇ ਮਹਲਾ ਪੰਜਵਾਂ, ਵਿਛੋੜਾ ਸੁਣੇ ਦੁੱਖ ਵਿਣ ਡਿਠੇ ਮਰਿਓ, ਬਾਜ ਪਿਆਰੇ ਆਪਣੇ ਬਿਰਹੀ ਨਾ ਤਿਰੋਦ। ਸ੍ਰੀ ਸਤਿਗੁਰ ਜੀ ਦੇ ਦੇਹ ਦੇ ਦਰਸ਼ਨ ਤੋਂ ਬਿਨਾਂ ਤਾਂ ਸਾਨੂੰ ਮਰਨਾ ਹੀ ਚੰਗਾ ਸੀ, ਪਰ ਬਿਨਾਂ ਸ੍ਰੀ ਸਤਿਗੁਰ ਜੀ ਦੀ ਰਜ਼ਾ ਤੋਂ ਕੁਝ ਹੋ ਹੀ ਨਹੀਂ ਸਕਦਾ ਸੀ। ਪਰ ਅੱਛਾ, ਜਿਸ ਤਰ੍ਹਾਂ ਦਾਤੇ ਦੀ ਰਜ਼ਾ, ਸ਼ੁਕਰ ਹੈ, ਸ਼ੁਕਰ ਹੈ। ਇਸ ਤਰ੍ਹਾਂ ਦੇ ਬਚਨ ਕਰਦੇ ਹੋਏ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੇ ਨੇਤਰਾਂ ਤੋਂ ਵੀ ਜਲ ਵਗ ਪਿਆ ਤੇ ਫਿਰ ਕੁਝ ਚਿਰ ਲਈ ਚੁੱਪ ਵਰਤ ਗਈ। ਤਾਂ ਫਿਰ ਸ੍ਰੀ ਸਤਿਗੁਰ ਜੀ ਨੂੰ ਉਠਾਇਆ ਤਾਂ ਮੂੰਹ ਵਿੱਚੋਂ ਬਹੁਤ ਜਲ ਆਇਆ। ਸਰੀਰ ਬਹੁਤ ਕੋਮਲ ਹੋ ਚੁੱਕਾ ਸੀ, ਪਰ ਚਿਹਰੇ ਤੇ ਇੱਕ ਰੱਬੀ ਜਲਾਲ ਸੀ। ਚਿਹਰਾ ਲਾਲ ਸੀ ਤੇ ਭਖਦਾ ਵੀ ਸੀ। ਚਿਹਰੇ ਦਾ ਤੇਜ ਕੋਈ ਸਹਾਰ ਨਹੀਂ ਸਕਦਾ ਸੀ। ਸਾਰੀ ਸੰਗਤ ਵੇਖ ਵੇਖ ਕਰ ਹੈਰਾਨ ਹੁੰਦੀ ਜਾਵਦੀ ਸੀ। ਸਾਰੇ ਆਖਦੇ ਸਨ, ਜੋ 40 ਦਿਨ ਨਾ ਕੁਝ ਖਾਵਣਾ ਤੇ ਨਾ ਪੀਵਣਾ। ਇਹ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੀਆਂ ਸਾਹਮਣੇ ਬਰਕਤਾਂ ਹਨ। ਤੇ ਚਿਹਰਾ ਵੇਖੋ ਤਾਂ ਗੁਲਾਬ ਦੇ ਫੁੱਲ ਵਾਂਗੂ ਖਿੜਿਆ ਹੈ। ਸੋ ਸਾਰਿਆਂ ਨੇ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਪਰ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਮੱਥਾ ਟੇਕਣ ਤੋਂ ਮਨੇ ਕਰਨ, ਪਰ ਸੰਗਤ ਮਨਾ ਹੋਵੇ ਨਹੀਂ। ਫਿਰ ਭਾਈ ਨੰਦੇ ਜੀ ਨੇ ਜਲ ਆਂਦਾ, ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਨੂੰ ਚੁੱਲੀ ਕਰਵਾਈ ਤੇ ਮੂੰਹ ਹੱਥ ਧੁਆਇਆ। ਫਿਰ ਥੋੜਾ ਜਿਹਾ ਦੁੱਧ ਪੀਵਣ ਵਾਸਤੇ ਦਿੱਤਾ। ਜਿਹੜੇ ਸਿੱਖ ਬਰੋਟੇ ਸਾਹਿਬ ਜੀ ਤੋਂ ਆਏ ਹੋਏ ਸਨ, ਉਹਨਾਂ ਮੱਥਾ ਟੇਕ ਕਰ ਘਰ ਜਾਣ ਲਈ ਆਗਿਆ ਮੰਗੀ। ਤਾਂ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਨੇ ਹੁਕਮ ਕੀਤਾ, ਜੋ ਹੁਣ ਤੁਸੀਂ ਆਪਣੇ ਘਰ ਜਾਓ। ਤੇ ਦਿਨੇ ਅਸੀਂ ਵੀ ਬਰੋਠੇ ਆਏ ਰਹੇ ਸਾਂ। ਤਾਂ ਬਰੋਠੇ ਸਾਹਿਬ ਜੀ ਦੇ ਸਿੱਖ ਆਗਿਆ ਲੈ ਕਰ ਬਰੋਠੇ ਵੱਲ ਟੁਰ ਪਏ। ਅੱਗੇ ਬਰੋਠੇ ਸਾਹਿਬ ਵਿੱਚ ਬਾਕੀ ਦੀ ਸੰਗਤ
ਉਡੀਕ ਵੀ ਸੀ। ਜੋ ਕੋਈ ਸੁਖ ਸੁਨੇਹਾ ਸ੍ਰੀ ਸਤਿਗੁਰ ਬਾਬਾ ਸੰਗਤਾਂ ਸਾਹਿਬ ਜੀ ਦਾ ਹਜ਼ਰੋਂ ਸਾਹਿਬ ਤੋਂ ਆਵੇ, ਸੋ ਜਿਸ ਵੇਲੇ ਉਹ ਸਿੱਖ ਪਹੁੰਚੇ ਤਾਂ ਅੱਗੋਂ ਸਾਰੀ ਸੰਗਤ ਨੇ ਆ ਕਰ ਸ੍ਰੀ ਸਤਿਗੁਰ ਬਾਬਾ ਸੰਗਤਾਂ ਸਾਹਿਬ ਜੀ ਦਾ ਹਾਲ ਪੁੱਛਿਆ। ਤਾਂ ਉਹਨਾਂ ਸਿੱਖਾਂ ਆਖਿਆ, ਜੋ ਸਾਡੀ ਸਮਝ ਵਿੱਚ ਤਾਂ ਨਹੀਂ ਆਉਂਦਾ, ਜੋ ਸ੍ਰੀ ਸਤਿਗੁਰ ਬਾਬਾ ਸੰਗਤਾਂ ਸਾਹਿਬ ਜੀ ਮਨੁੱਖਨ ਜਾਂ ਆਪ ਨਿਰੰਕਾਰ ਸਿਰਜਣਹਾਰ ਸੰਸਾਰ ਨੂੰ ਪੈਦਾ ਕਰਨ ਵਾਲੇ ਹਨ। ਅੱਗੇ ਦਰਿਆ ਦਾ ਕੋਤਕ ਤਾਂ ਤੁਸੀਂ ਵੇਖਿਆ ਹੀ ਹੈ। ਸੋ ਹੁਣ ਵੀ ਜਿਹੜਾ ਕੋਤਕ ਸ੍ਰੀ ਸਤਿਗੁਰ ਬਾਬਾ ਸੰਗਤਾਂ ਸਾਹਿਬ ਜੀ ਨੇ ਕੀਤਾ ਹੈ, ਕੁਝ ਘੱਟ ਨਹੀਂ। 40 ਦਿਨ ਨਾ ਕੁਝ ਖਾਵਣਾ ਤੇ ਨਾ ਕੁਝ ਪੀਵਣਾ, ਤੇ 10ਵੇਂ ਦੁਆਰ ਵਿੱਚ ਰਹਿ ਕਰ ਬਧੇ ਰਹਿਣਾ। ਤੇ ਸੰਸਾਰੀ ਲੋਕਾਂ ਨੇ ਉਹਨਾਂ ਦੇ ਸੰਬੰਧੀਆਂ ਤੇ ਊਜਾਂ ਲਾਵਣੀਆਂ। ਜੋ ਇਹਨਾਂ ਐਵੇਂ ਮੁਰਦਾ ਘਰ ਰੱਖਿਆ ਹੋਇਆ ਹੈ, ਬਿਨਾਂ ਖਾਣ ਪੀਣ ਦੇ ਕੋਈ ਜੀਵਦਾ ਨਹੀਂ ਰਹਿ ਸਕਦਾ। ਪਰ ਧੰਨ ਸ੍ਰੀ ਸਤਿਗੁਰ ਬਾਬਾ ਸੰਗਤਾਂ ਜੀ ਹਨ, ਜੋ ਆਪਣਿਆਂ ਸੇਵਕਾਂ ਦੀ ਸਦੀਵ ਕਾਲੀ ਪੈਜ ਰੱਖਦੇ ਆਏ ਹਨ। ਸੋ 40 ਦਿਨਾਂ ਪਿੱਛੋਂ ਸ੍ਰੀ ਸਤਿਗੁਰ ਬਾਬਾ ਸੰਗਤਾਂ ਸਾਹਿਬ ਜੀ ਦੇਹ ਵਿੱਚ ਆਏ ਤੇ ਚਿਹਰਾ ਇਸ ਤਰ੍ਹਾਂ ਪੱਖੇ ਜਿਸ ਤਰ੍ਹਾਂ ਲਾਲ ਪੱਖਦਾ ਹੈ। ਇਹ ਵਾਰਤਾ ਸੁਣ ਕਰ ਸਾਰੀ ਸੰਗਤ ਵਿਸਮਾਦ ਦੇ ਘਰ ਵਿੱਚ ਹੋ ਗਈ ਤੇ ਸਾਰੇ ਆਖਣ ਲੱਗੇ, ਸੋ ਸੱਚਮੁੱਚ ਸ੍ਰੀ ਸਤਿਗੁਰ ਬਾਬਾ ਸੰਗਤਾਂ ਸਾਹਿਬ ਜੀ ਧੰਨ ਹਨ, ਜਿਨ੍ਹਾਂ ਦੇ ਇਹੋ ਜਿਹੇ ਅਪਾਰ ਚਰਿੱਤਰ ਹਨ। ਫਿਰ ਸਾਰੀ ਸੰਗਤ ਨੇ ਪੁੱਛਿਆ, ਜੋ ਸ੍ਰੀ ਸਤਿਗੁਰ ਬਾਬਾ ਸੰਗਤਾਂ ਸਾਹਿਬ ਜੀ ਬਰੋਠੇ ਸਾਹਿਬ ਕਦੋਂ ਆਏ ਸਨ, ਕਦੋਂ ਆਏ ਕਰ ਦਰਸ਼ਨ ਦੇਵ ਸਨ? ਤਾਂ ਉਹਨਾਂ ਸਿੱਖਾਂ ਆਖਿਆ, ਜੋ ਸ੍ਰੀ ਸਤਿਗੁਰ ਬਾਬਾ ਸੰਗਤਾਂ ਸਾਹਿਬ ਜੀ ਦਿਨੇ ਬਰੋਠੇ ਸਾਹਿਬ ਆਏ ਰਹੇ ਸਨ। ਇਹ ਗੱਲ ਸੁਣ ਕੇ ਬਰੋਠੇ ਸਾਹਿਬ ਦੀ ਸਾਰੀ ਸੰਗਤ ਸ੍ਰੀ ਸਤਿਗੁਰ ਬਾਬਾ ਸੰਗਤਾਂ ਸਾਹਿਬ ਜੀ ਨੂੰ ਅੱਗੋਂ ਲਿਆਵਣ ਲਈ ਤਿਆਰ ਹੋ ਗਈ। ਸੋ ਦੂਜੇ ਦਿਨ ਢੋਲਕੀਆਂ ਤੇ ਛਣੇ ਲੈ ਕਰ ਬਰੋਠੇ ਸਾਹਿਬ ਦੀ ਸਾਰੀ ਸੰਗਤ ਅੱਗੋਂ ਨੂੰ ਆਈ। ਤਾਂ 2 ਕੋਹ ਦੀ ਵਿੱਥ ਪਰ ਸ੍ਰੀ ਸਤਿਗੁਰ ਬਾਬਾ ਸੰਗਤਾਂ ਸਾਹਿਬ ਜੀ ਤੇ ਬਾਬਾ ਨਰਾਇਣ ਸਾਹਿਬ ਜੀ ਤੇ ਭਾਈ ਨੰਦਾ ਜੀ ਮਿਲੇ। ਸੰਗਤ ਨੇ ਬੜੇ ਪ੍ਰੇਮ ਨਾਲ ਸ਼ਬਦ ਪੜ੍ਹਨਾ ਸ਼ੁਰੂ ਕੀਤਾ ਤੇ ਬਹੁਤ ਵੈਰਾਗ ਵਿੱਚ ਇਹ ਸ਼ਬਦ ਪੜ੍ਹਿਆ। ਏਕ ਓਂਕਾਰ ਸਤਿਗੁਰ ਪ੍ਰਸਾਦ, ਰਾਗ ਟੋਡੀ ਮਹਿਲਾ ਪੰਜਵਾਂ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੁਖ ਨਾਮ ਹਰਿ ਸੋਭਾ। चिंता लाए हमारी राव, अवर न सूझे दूजी टार। हार पर्यो ताओ द्वारी, लेखा छोड़ अलेखे छूटे। हम निर्गुण ले बारी, सद बख्शिंद सदा मेहरबाना। सबना दे आधारी, नानक दास संत पाछे परयो। राख लियो एह बारी। जद यह शब्द सारी संगत ने निम्रता नाल पढ़िया तां एक स्वाद ते रस छा गया। फिर सारिया सिखां ने श्री सतगुर बाबा संगता साहिब जी दे चरना ते मत्था टेकिया
ਤੇ ਸਾਰਿਆਂ ਸਿੱਖਾਂ ਨੇ ਬਹੁਤ ਵਿਰਲਾਪ ਕੀਤਾ ਤੇ ਮੂੰਹ ਵਿੱਚੋਂ ਇਹ ਆਖਣ, ਜੋ ਸੱਚੇ ਪਾਤਸ਼ਾਹ ਜੀ, ਤੇਰੇ ਬਿਨਾ ਸਾਡਾ ਹੋਰ ਕੌਣ ਰਾਖਾ ਹੈ ਜੀ। ਤੁਸਾਂ ਸਾ ਪਾਪੀ ਜੀਵਾਂ ਨੂੰ ਵਿਸਾਰ ਛੱਡਿਆ ਹੈ। ਦੀਨ ਦਿਆਲ ਜੀ, ਤੇਰੇ ਤੋਂ ਬਿਨਾ ਸਾਡੀ ਹੋਰ ਕਿਹੜੀ ਥਾਂ ਹੈ। ਤਾਂ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਨੇ ਸਾਰਿਆਂ ਸਿੱਖਾਂ ਨੂੰ ਧੀਰਜ ਦਿੱਤਾ ਤੇ ਬਰੋਠੇ ਸਾਹਿਬ ਵੱਲ ਟੁਰ ਪਏ। ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਘੋੜੀ ਤੇ ਚੜੇ ਹੋਏ ਸਨ ਤੇ ਸ਼ਬਦ ਸੁਣ ਕਰ ਤੱਲੇ ਲੈ ਪਏ ਸਨ ਤੇ ਫੇਰ ਸੰਗਤ ਦੇ ਨਾਲ ਨਾਲ ਬਰੋਠੇ ਸਾਹਿਬ ਜੀ ਤੀਕਣ ਟੁਰਦੇ ਗਏ। ਸੰਗਤ ਵੀ ਢੋਲਕੀਆਂ ਛੜਿਆਂ ਨਾਲ ਸ਼ਬਦ ਪੜ੍ਹਦੀ ਗਈ। ਇਸ ਸਮੇਂ ਦਾ ਜਿਹੜਾ ਸਵਾਦ ਤੇ ਰਸ ਸੀ ਸੋ ਆਖਣ ਤੋਂ ਪਰੇ ਹੈ। ਐਸਾ ਸਵਾਦ ਤੇ ਰਸ ਵੱਜਾ ਜੋ ਰਸਤੇ ਵਿੱਚ ਹੀ ਕਈਆਂ ਸਿੱਖਾਂ ਦੇ ਸੂਤਰ ਨਿਕਲ ਗਏ। ਪਰ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਜਿਸ ਨੂੰ ਬਾਂਹ ਤੋਂ ਫੜ ਕੇ ਉਠਾਵਣ ਉਹ ਸਮਾਧਾਨ ਹੋ ਜਾਵੇ। ਸੋ ਇਸੀ ਸਵਾਦ ਤੇ ਰਸ ਵਿੱਚ ਬਰੋਠੇ ਸਾਹਿਬ ਪਹੁੰਚ ਗਏ। ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਜਿਸ ਨੂੰ ਬਾਂਹ ਤੋਂ ਫੜ ਕੇ ਉਠਾਵਣ ਉਹ ਸਮਾਧਾਨ ਹੋ ਜਾਵੇ। ਸੋ ਇਸੀ ਸਵਾਦ ਤੇ ਰਸ ਵਿੱਚ ਬਰੋਠੇ ਸਾਹਿਬ ਪਹੁੰਚ ਗਏ। ਸਾਖੀ ਪੂਰੀ ਹੋਈ ਏਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਧੰਨ ਸ੍ਰੀ ਸਤਿਗੁਰ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ। ਧੰਨ ਧੰਨ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਸੱਚੇ ਪਾਤਸ਼ਾਹ। ਜਿਸ ਵੇਲੇ ਸ੍ਰੀ ਸਤਿਗੁਰ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਸੰਸਾਰੀ ਜੀਵਾਂ ਦੀਆਂ ਅੱਖੀਆਂ ਤੋਂ ਅਲੋਪ ਹੋ ਗਏ ਤਾਂ ਪਿੱਛੋਂ ਸੁਨਸਾਨ ਹੋ ਗਈ। ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਤਾਂ ਸ੍ਰੀ ਸਤਿਗੁਰ ਬਾਲਕ ਸਿੰਘ ਸਾਹਿਬ ਜੀ ਦੇ ਵਿਛੋੜੇ ਵਿੱਚ ਹਜਰੋ ਸਾਹਿਬ ਵਿੱਚ ਆਪਣੇ ਸਾਵਰੇ ਘਰ 40 ਦਿਨ ਵਧੇਰੇ ਤੇ ਪਿੱਛੋਂ ਬਰੋਠੇ ਸਾਹਿਬ ਗਏ ਤਾਂ ਹਜਰੋ ਸਾਹਿਬ ਦੀ ਸੰਗਤ ਹੈਰਾਨ ਜਿਹੀ ਹੋ ਗਈ। ਜੋ ਹੈ ਕੀ ਭਾਣਾ ਵਰਤ ਗਿਆ ਹੈ। ਕੁਝ ਚਿਰ ਪਿੱਛੋਂ ਹਜ਼ਰਤ ਸਾਹਿਬ ਦੀ ਸੰਗਤ ਨੇ ਭਾਈ ਮਨਾ ਸਿੰਘ ਸਾਹਿਬ ਜੀ ਦੀ ਪ੍ਰੇਰਨਾ ਪਰ ਦੇਵਰਾ ਸਾਹਿਬ ਬਣਵਾਇਆ, ਜਿਸ ਨੂੰ ਅੱਜ ਕੱਲ੍ਹ ਲੋਕੀ ਡੇਹਰੀ ਸਾਹਿਬ ਆਖਦੇ ਹਨ। ਪਰ ਸ੍ਰੀ ਸਤਿਗੁਰੂ ਜੀ ਤੋਂ ਬਿਨਾ ਘੋਰ ਅੰਧਿਆਰ ਨਜ਼ਰ ਆਵੇ। ਜਿਹੜੇ ਪੁਰਾਣੇ ਜਗਿਆਸੀ ਸਨ ਆਪਸ ਵਿੱਚ ਮਿਲ ਕਰ ਸ੍ਰੀ ਸਤਿਗੁਰੂ ਜੀ ਦੇ ਗੁਣ ਗਾਵਣ ਤੇ ਆਖਣ, ਜੋ ਸਾਡੀਆਂ ਅੱਖੀਆਂ ਅੱਗੇ ਤਾਂ ਹੁਣ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ ਹੈ। ਪੂਰੇ ਸਤਿਗੁਰੂ ਜੀ ਤੋਂ ਬਿਨਾ ਭਜਨ ਕਵਣ ਦੇਵੈ ਤੇ ਹੁਣ ਕਿਹੜਾ ਸੰਸਾਰੀ ਜੀਵਾਂ ਲਈ ਦਰਗਾਹ ਦੀ ਜ਼ਿੰਮੇਵਾਰੀ ਚੁੱਕੇ। ਇਹ ਗੱਲਾਂ ਕਰਕੇ ਫਿਰ ਵੈਰਾਗ ਕਰਨ। ਸੋ ਇਸੀ ਤਰ੍ਹਾਂ ਦੇ ਕੀਰਨੇ ਕਰਦਿਆਂ ਕੁਝ ਮਹੀਨੇ ਗੁਜ਼ਰ ਗਏ ਤਾਂ ਭਾਈ ਧਨੀ ਰਾਮ ਜੀ ਜ਼ੇਦਾ ਨਿਵਾਸੀ ਹਜ਼ਰਤ ਸਾਹਿਬ ਜੀ ਵਿੱਚ ਆਏ ਤਾਂ ਜਿਹੜੇ ਜਗਿਆਸੀ ਪੁਰਾਣੇ ਸਨ, ਭਾਈ ਜਵੈਰੀ ਪਾਪੜਾਂ ਵਾਲਾ, ਭਾਈ ਮਿੱਠੂ, ਭਾਈ ਜੈ ਸਿੰਘ, ਭਾਈ ਅਮਰ ਸਿੰਘ ਇਤਿਆਦਿਕ ਬਹੁਤ ਸਾਰੇ ਜਗਿਆਸੀ ਭਾਈ ਧਨੀ ਰਾਮ ਜੀ ਕੋਲ ਗਏ
ਤੇ ਲੱਗੇ ਵਿਰਲਾਪ ਕਰਨ, ਆਖਣ, ਭਾਈ ਲਾਲਾ ਤੂੰ ਪੂਰੇ ਸਤਿਗੁਰ ਜੀ ਦਾ ਲਾਡਲਾ ਸੇਵਕ ਹੈ, ਤੂੰ ਸਾਨੂੰ ਸਭ ਕੁਝ ਮਾਲੂਮ ਹੈ, ਸਾਨੂੰ ਪੂਰੇ ਸਤਿਗੁਰ ਜੀ ਦੀ ਦੱਸ ਪਾ। ਜਿਸ ਦਿਨ ਤੋਂ ਸ੍ਰੀ ਸਤਿਗੁਰ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੀਆਂ ਅੱਖੀਆਂ ਤੋਂ ਅਲੋਪ ਹੋਏ ਹਨ, ਸਾਡੀਆਂ ਅੱਖੀਆਂ ਅੱਗੇ ਹਨੇਰਾ ਆਇਆ ਹੋਇਆ ਹੈ। ਜਿਹੜੇ ਸੰਸਾਰੀ ਜੀਵ ਤਪੇ ਹੋਏ ਸ੍ਰੀ ਸਤਿਗੁਰ ਜੀ ਦੇ ਚਰਨਾਂ ਵਿੱਚ ਪਹੁੰਚ ਕਰ ਨਾਮ ਦੀ ਪ੍ਰਾਪਤੀ ਕਰਕੇ ਸ਼ਾਂਤ ਹੁੰਦੇ ਸਨ, ਅੱਜ ਉਹ ਸ੍ਰੀ ਸਤਿਗੁਰ ਜੀ ਦੇ ਵਿਛੋੜੇ ਰੂਪੀ ਅਗਨੀ ਵਿੱਚ ਸੜ ਰਹੇ ਹਨ, ਕਿਉਂਕਿ ਪਾਣੀ ਤੋਂ ਬਿਨਾਂ ਖੇਤੀ ਵੀ ਕੁਮਲਾ ਜਾਂਦੀ ਹੈ। ਹੁਣ ਤੁਸੀਂ ਕਿਰਪਾ ਕਰਕੇ ਭਾਵੇਂ ਆਪ ਭਜਨ ਦੇਵੋ, ਭਾਵੇਂ ਪੂਰੇ ਸਤਿਗੁਰ ਜੀ ਦੀ ਦੱਸ ਪਾਓ। ਇਹ ਪੁਕਾਰ ਸੰਗਤ ਦੀ ਸੁਣ ਕੇ ਭਾਈ ਧਨੀ ਰਾਮ ਜੀ ਵੀ ਵੈਰਾਗ ਵਿੱਚ ਹੋ ਗਏ। ਕੁਝ ਚਿਰ ਤਾਂ ਬਹੁਤ ਵੈਰਾਗ ਹੋਇਆ, ਸਾਰੇ ਚੀਕਾਂ ਮਾਰ ਮਾਰ ਕਰ ਰੋਵਣ ਲੱਗੇ। ਪਰ ਫਿਰ ਭਾਈ ਧਨੀ ਰਾਮ ਜੀ ਨੇ ਸਾਰਿਆਂ ਨੂੰ ਧੀਰਜ ਦਿੱਤਾ ਤੇ ਫਿਰ ਭਾਈ ਅਮਰ ਸਿੰਘ ਜੀ ਨੇ ਬਹੁਤ ਵੈਰਾਗ ਵਿੱਚ ਇਹ ਸ਼ਬਦ ਪੜਿਆ, ਏਕ ਓਂਕਾਰ ਸਤਿਗੁਰ ਪ੍ਰਸਾਦ, ਸਵਈਏ ਮਹੱਲੇ ਚੌਥੇ ਕੇ ਚਾਰ। ਗੁਰ ਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸੁਪਨ, ਅਗਨ ਕਟੇ ਸਭ ਤੇਰੇ। ਗੁਰ ਨਯਣ ਬਯਣ, ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹਿ। ਜਿਨ ਗੁਰੂ ਨ ਦੇਖੈ, ਉਨਹੂ ਕਿਓ ਤੇ ਅਕੇ ਹੱਥ ਸੰਸਾਰ ਮੈਂ। ਗੁਰੂ ਗੁਰੂ ਗੁਰ ਕਰ ਮਨ ਮੇਰੇ, ਤਾਰਨ ਤਰਨ ਸਮਰੱਥ ਕਲ ਜੁਗ। ਸੁਨਤ ਸਮਾਦ ਸ਼ਬਦ ਜਿਸ ਕੇਰੇ, ਪੁਨ ਦੁਖਨ ਨਾਸ ਸੁਖਦਾਇਕ ਸੁਰਿਓ। ਜੋ ਤਰਤ ਧਿਆਨ ਬਸਤ ਤਹਿਤ ਨੇਰੇ, ਪੂਰੋ ਪੁਰਖ ਹਿਰਦੇ ਹਰ ਸਿਮਰਤ। ਮੁਖ ਦੇਖਤ ਅਗ ਜਾਏ ਪਰੇਰੇ, ਜਿਉ ਹਰ ਬੁੱਧ ਰਿਦ ਸਿਧ ਚਾਹਤ। ਗੁਰੂ ਗੁਰੂ ਗੁਰ ਕਰ ਮਨ ਮੇਰੇ। ਜਿਸ ਵੇਲੇ ਭਾਈ ਅਮਰ ਸਿੰਘ ਜੀ ਨੇ ਇਹ ਸ਼ਬਦ ਪੜਿਆ ਤਾਂ ਸਾਰਿਆਂ ਦੀਆਂ ਚੀਕਾਂ ਨਿਕਲ ਗਈਆਂ। ਤਾਂ ਭਾਈ ਧਨੀ ਰਾਮ ਜੀ ਨੇ ਸਾਰਿਆਂ ਨੂੰ ਧੀਰਜ ਦਿੱਤਾ ਤੇ ਆਖਿਆ, ਸ੍ਰੀ ਸਤਿਗੁਰ ਜੀ ਅੰਤਰਯਾਮੀ ਹੈ, ਘਟ ਕਰ ਦੀ ਜਾਣਨ ਹਾਰਾ ਹੈ। ਤੁਸੀਂ ਚਿੰਤਾ ਨਾ ਕਰੋ, ਸ੍ਰੀ ਸਤਿਗੁਰ ਜੀ ਤੂੰ ਸਾਡੇ ਮਨ ਦੀਆਂ ਕਾਮਨਾ ਪੂਰੀਆਂ ਕਰਸਨ। ਫਿਰ ਭਾਈ ਧਨੀ ਰਾਮ ਜੀ ਨੇ ਆਪਣੇ ਦਿਲ ਵਿੱਚ ਸੋਚਿਆ, ਜੋ ਸ੍ਰੀ ਸਤਿਗੁਰ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ, ਜੋ ਸਾਡਾ ਸਰੂਪ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਵਿੱਚ ਜਾਣਨਾ। ਕਿਉਂ ਜੋ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਸ੍ਰੀ ਸਤਿਗੁਰ ਅੰਗਦ ਦੇਵ ਜੀ ਦੀ ਜਗ੍ਹਾ ਤੇ ਹੋ ਸਨ, ਪਰ ਫਿਰ ਉਹਨਾਂ ਮਨੇ ਵੀ ਕੀਤਾ ਸੀ ਜੋ ਤੁਸਾਂ ਜ਼ਾਹਿਰਾ ਨਹੀਂ ਕਰਨਾ। ਸੋ ਹੁਣ ਸੰਗਤ ਵੀ ਬਹੁਤ ਵਿਰਲਾਪ ਕਰਦੀ ਹੈ ਤੇ ਸ੍ਰੀ ਸਤਿਗੁਰ ਜੀ ਦਾ ਹੁਕਮ ਵੀ ਫੇਰਿਆ ਨਹੀਂ ਜਾਂਦਾ। ਸ੍ਰੀ ਸਤਿਗੁਰ ਜੀ ਕੋਈ ਆਪ ਹੀ ਜੁਗਤ ਦੱਸਣ। ਸੋ ਇਸ ਤਰ੍ਹਾਂ ਦਿਲ ਵਿੱਚ ਸੋਚਦੇ ਹੋਏ
ਭਾਈ ਧਨੀ ਰਾਮ ਜੀ ਦੇ ਅੰਦਰ ਇੱਕ ਅਸਚਰਜ ਜਿਹੀ ਖੁਸ਼ੀ ਆਈ ਤੇ ਅਵਸ਼ੋਂ ਹੀ ਹੱਸਣ ਲੱਗ ਪਏ ਤੇ ਇਸ ਖੁਸ਼ੀ ਵਿੱਚ ਹੀ ਨੇਤਰਾਂ ਤੋਂ ਜਲ ਵਗ ਪਿਆ। ਇਹ ਕੌਤਕ ਵੇਖ ਕਰ ਸਾਰੀ ਸੰਗਤ ਜਿਹੜੀ ਕੋਲ ਬੈਠੀ ਹੋਈ ਸੀ ਹੈਰਾਨ ਹੋ ਗਈ। ਤਾਂ ਭਾਈ ਧਨੀ ਰਾਮ ਜੀ ਨੇ ਸਾਰਿਆਂ ਨੂੰ ਆਖਿਆ, ਜੋ ਤੁਸਾਂ ਨੂੰ ਹੈਰਾਨ ਹੋਵਣ ਦੀ ਲੋੜ ਨਹੀਂ। ਸੱਚੇ ਪਾਤਸ਼ਾਹ ਜੀ ਨੇ ਆਪਣੇ ਦਾਸ ਨੂੰ ਇਹ ਦੱਸ ਪਾਈ ਹੈ, ਜੋ ਤੁਸੀਂ ਡੇਰੀ ਸਾਹਿਬ ਤੇ ਜਾ ਕਰ ਗਲ ਵਿੱਚ ਪੱਲੇ ਪਾਏ ਕਰ ਅਰਦਾਸਾ ਸੋਧੋ। ਜੋ ਸੱਚੇ ਸਤਿਗੁਰ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਪੂਰੇ ਸਤਿਗੁਰ ਜੀ ਦੀ ਦੱਸ ਪਾ, ਜੋ ਅਸੀਂ ਅੱਗੋਂ ਕਿਸ ਦਾ ਭਲਾ ਪਕੜੀਏ। ਸ੍ਰੀ ਸਤਿਗੁਰ ਜੀ ਘਟ ਘਟ ਦੀ ਜਾਣਨ ਹਾਰਾ ਹੈ, ਆਪੇ ਕੋਈ ਰਾਹ ਦੱਸੇ। ਤਾਂ ਹਜ਼ਰੋ ਸ਼ਹਿਰ ਵਿੱਚੋਂ ਸਮੇਤ ਸੰਗਤ ਦੇ ਭਾਈ ਧਨੀ ਰਾਮ ਜੀ ਡੇਰੀ ਸਾਹਿਬ ਜੀ ਤੇ ਆਏ। ਸਾਰੀ ਸੰਗਤ ਗਲ ਵਿੱਚ ਪੱਲੇ ਪਾਏ ਕਰ ਤੇ ਹੱਥ ਜੋੜ ਕਰ ਡੇਰੀ ਸਾਹਿਬ ਜੀ ਦੇ ਸਾਹਮਣੇ ਖਲੋ ਗਈ। ਤਾਂ ਭਾਈ ਧਨੀ ਰਾਮ ਜੀ ਨੇ ਬਹੁਤ ਵੈਰਾਗ ਵਿੱਚ ਅਰਦਾਸਾ ਸੋਧਿਆ ਤੇ ਬੇਨਤੀ ਕੀਤੀ, ਜੋ ਹੈ ਘਟਾ ਘਟਾ ਦਿਆਂ ਮਾਲਕਾ, ਦਿਲਾਂ ਦੇ ਜਾਣਨ ਵਾਲਿਆ, ਦਾਤਾ ਜੀਓ, ਆਪ ਨੂੰ ਸਭ ਕੁਝ ਪਤਾ ਹੈ। ਜੋ ਅੱਜ ਪੂਰੇ ਸਤਿਗੁਰ ਜੀ ਤੋਂ ਬਿਨਾਂ ਸੰਗਤ ਬੇਮੁਆਰੀ ਹੋ ਗਈ ਹੈ, ਸੱਚੇ ਪਾਤਸ਼ਾਹ ਜੀ ਇਹ ਸੰਗਤ ਵੀ ਤੇਰੀ ਹੈ, ਕਿਰਪਾ ਕਰਕੇ ਮਿਹਰ ਕਰਕੇ ਅਸਾਂ ਪਾਪੀ ਜੀਵਾਂ ਨੂੰ ਸੱਚੇ ਸਤਿਗੁਰ ਜੀ ਦੀ ਦੱਸ ਪਾਓ ਜੀ। ਜਦ ਭਾਈ ਧਨੀ ਰਾਮ ਜੀ ਨੇ ਬਹੁਤ ਨਿਮਰਤਾ ਨਾਲ ਅਰਦਾਸਾ ਸੋਧਿਆ ਤਾਂ ਗੰਮੀ ਆਵਾਜ਼ ਆਈ, ਜੋ ਸੰਗਤ ਜੀ ਨਿਰਾਸ਼ ਨਾ ਹੋ। ਬਾਬਾ ਬੜੋਠੇ, ਬਾਬਾ ਬੜੋਠੇ, ਬਾਬਾ ਬੜੋਠੇ। ਇਹ ਗੰਮੀ ਆਵਾਜ਼ ਸੁਣ ਕਰ ਸੰਗਤ ਹੈਰਾਨ ਹੋ ਗਈ। ਤਾਂ ਵਿੱਚ ਸਿੱਖ ਆਖਣ ਲੱਗੇ, ਜੋ ਜੀ ਬਾਬਾ ਬੜੋਠੇ ਕਿਹੜਾ ਹੈ? ਤਾਂ ਜਿਹੜੇ ਲਾਡਲੇ ਸੇਵਕ ਸਨ ਤੇ ਜਿਨ੍ਹਾਂ ਨੂੰ ਪਹਿਲੋਂ ਵੀ ਕੁਝ ਪਤਾ ਸੀ, ਉਹਨਾਂ ਆਖਿਆ, ਜੋ ਸੱਚੇ ਸਤਿਗੁਰ ਨਿਰੰਕਾਰ ਸਤਿਗੁਰ ਬੜੋਠੇ ਸਾਹਿਬ ਜੀ ਵਿੱਚ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਹਨ। ਤਾਂ ਫਿਰ ਸਿੱਖਾਂ ਆਖਿਆ, ਜੋ ਹੀ ਬਾਬਾ ਸੰਗਤਾ ਜੀ ਹਨ, ਜਿਹੜੇ ਸਤਿਗੁਰ ਜੀ ਦੇ ਦੁਆਰੇ ਤੇ ਚੁਬਾਰੇ ਲਈ ਇੱਟਾਂ ਤੇ ਗਾਰਾ ਢੋਂਦੇ ਸਨ ਤੇ ਮੱਝੀਆਂ ਦਾ ਗੋਹਾ ਮੇਲਦੇ ਸਨ। ਤਾਂ ਲਾਡਲਿਆਂ ਸੇਵਕਾਂ ਨੇ ਆਖਿਆ, ਜੋ ਹੀ ਸੱਚੇ ਪਾਤਸ਼ਾਹ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਹਨ। ਟਹਿਲੋਂ ਮਹਿਲ ਮਿਲਦਾ ਹੈ। ਸੋ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਨੇ ਅਣਥੱਕ ਸੇਵਾ ਕੀਤੀ ਹੈ ਤੇ ਆਪਣੇ ਸੱਚੇ ਸਤਿਗੁਰ ਬਾਲਕ ਸਿੰਘ ਜੀ ਨੂੰ ਰਿਝਾਇਆ ਹੈ ਤੇ ਆਪਣਾ ਤਨ ਮਨ ਧੰਨ ਸ੍ਰੀ ਸਤਿਗੁਰ ਜੀ ਦੇ ਚਰਨਾਂ ਵਿੱਚ ਭੇਟ ਕਰ ਦਿੱਤਾ। ਤਾਂ ਅੱਗੋਂ ਸੱਚੇ ਮਾਲਕ ਨੇ ਹਰ ਪ੍ਰਕਾਰ ਸ੍ਰੀ ਸਤਿਗੁਰ ਬਾਬਾ ਸੰਗਤਾ ਜੀ ਨੂੰ ਪੂਰਨ ਸਮਝ ਕਰ ਆਪਣੇ ਆਪ ਨੂੰ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੇ ਅੰਦਰ ਰੱਖਿਆ ਤੇ ਆਪ ਸਾਡੀਆਂ ਅੱਖੀਆਂ ਤੋਂ ਅਲੋਪ ਹੋ ਗਏ। ਜਦ ਇਹ ਗੱਲਾਂ ਲਾਡਲਿਆਂ ਸਿੱਖਾਂ ਦੀਆਂ ਸਾਰੀ ਸੰਗਤ ਨੇ ਸੁਣੀਆਂ ਤਾਂ ਸਾਰੇ ਆਖਣ ਲੱਗੇ, ਜੋ ਤੁਸਾਂ ਸਾਨੂੰ ਪਹਿਲੋਂ ਕਿਉਂ ਨਹੀਂ ਦੱਸਿਆ? ਤਾਂ ਲਾਡਲਿਆਂ ਸੇਵਕਾਂ ਨੇ ਆਖਿਆ, ਜੋ ਪਹਿਲੋਂ ਤੂੰ ਸਾਡੇ ਅੰਦਰ
ਸਮਾਈ ਨਹੀਂ ਸੀ। ਤੂੰ ਸਾਡੇ ਅੰਦਰ ਇਸ ਗੱਲ ਨੇ ਘਰ ਕੀਤਾ ਹੋਇਆ ਸੀ, ਜੋ ਬਾਬਾ ਸੰਗਤਾ ਜੀ ਤਾਂ ਸ੍ਰੀ ਸਤਿਗੁਰ ਬਾਲਕ ਸਿੰਘ ਜੀ ਦੇ ਘਰ ਦੀਆਂ ਮੱਝੀਆਂ ਦਾ ਗੋਹਾ ਮਿਲਦੇ ਸਨ, ਤੇ ਅੱਜ ਸੱਚੇ ਸਤਿਗੁਰ ਜੀ ਕਿਸ ਤਰ੍ਹਾਂ ਬਣ ਗਏ। ਸੋ ਹੁਣ ਇਹ ਅਗੰਮੀ ਆਵਾਜ਼ ਤੁਸਾਂ 3 ਵਾਰੀ ਸੁਣ ਲਈ ਹੈ। ਸੋ ਹੁਣ ਤੁਸੀਂ ਜਾਣੋ, ਇਤਬਾਰ ਕਰੋ ਭਾਵੇਂ ਨਾ ਕਰੋ। ਇਹ ਵਚਨਾਂ ਨਾਲ ਸਾਰਿਆਂ ਸੇਵਕਾਂ ਦੇ ਅੰਦਰ ਬਿਜਲੀ ਵਾਂਗੂ ਘਰ ਕਰ ਗਏ ਤੇ ਸਾਰੇ ਬੋਲ ਉੱਠੇ, ਜੋ ਹੁਣੀ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੇ ਦਰਸ਼ਨ ਨੂੰ ਚਲੋ। ਹੁਣ ਸਾਡੇ ਕੋਲੋਂ ਹੋਰ ਸਹਾਰਾ ਨਹੀਂ ਹੋ ਸਕਦਾ। ਇਹਨਾਂ ਗੱਲਾਂ ਪਿੱਛੋਂ ਫੇਰ ਸਾਰੇ ਵੈਰਾਗ ਵਿੱਚ ਹੋ ਗਏ ਤੇ ਲੱਗੇ ਆਪੋ ਆਪਣੇ ਮਨਾਂ ਵਿੱਚ ਕੰਗੀਆਂ ਮਾਰਨ, ਆਖਣ ਜੋ ਸੱਚਮੁੱਚ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਕੱਖਾਂ ਵਿੱਚ ਲਾਲ ਛਪੇ ਰਹੇ ਸਨ, ਪਰ ਸਾਡੀਆਂ ਅੱਖੀਆਂ ਪਛਾਣ ਨਹੀਂ ਕਰ ਸਕੀਆਂ। ਜਿਉਂ-ਜਿਉਂ ਦਿਲ ਵਿੱਚ ਪਛੇਮਾਨੀ ਆਵੇ, ਤਿਉਂ-ਤਿਉਂ ਆਪਣੇ ਆਪ ਨੂੰ ਲਾਂਤਾਂ ਪਾਵਣ ਤੇ ਆਖਣ ਜੋ ਸੱਚਮੁੱਚ ਅਸਾਂ ਆਪਣੇ ਸੱਚੇ ਮਾਲਕ ਨੂੰ ਨਹੀਂ ਪਛਾਣ ਸਕਿਆ। ਸੋ ਇਸੇ ਤਰ੍ਹਾਂ ਬਹੁਤ ਸਾਰੇ ਪਛਤਾਵੇ ਦੇ ਪਿੱਛੋਂ ਫੇਰ ਵੈਰਾਗ ਵਿੱਚ ਹੋ ਗਏ। ਸਾਰੀ ਸੰਗਤ ਨੇ ਇਸ ਗੱਲ ਤੇ ਬਹੁਤ ਵੈਰਾਗ ਕੀਤਾ, ਜੋ ਅਸੀਂ ਹੁਣ ਤੀਕ ਕਿਉਂ ਨਾ ਸੱਚੇ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚ ਕਰ ਦਰਸ਼ਨ ਕੀਤਾ। ਤਾਂ ਭਾਈ ਧਨੀ ਰਾਮ ਜੀ ਨੇ ਸਾਰਿਆਂ ਨੂੰ ਧੀਰਜ ਦਿੱਤਾ ਤੇ ਫਿਰ ਸਾਰੀ ਸੰਗਤ ਨੇ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੇ ਦਰਸ਼ਨ ਲਈ ਬਰੋਠੇ ਸਾਹਿਬ ਜਾਣ ਦੀ ਤਿਆਰੀ ਕੀਤੀ। ਵੱਡੇ ਵੱਡੇ ਨਿਸ਼ਾਨ ਬਣਵਾਏ ਤੇ ਢੋਲਕੀਆਂ ਛੈਣਿਆਂ ਨਾਲ ਸਾਰੀ ਸੰਗਤ ਅਰਦਾਸਾ ਸੋਧ ਕਰ ਤੇ ਸ਼ਬਦ ਪੜ੍ਹਦੀ ਨਿਸ਼ਾਨ ਨਾਲ ਝਾਏ ਹੋਏ ਬਰੋਠੇ ਸਾਹਿਬ ਵੱਲ ਟੁਰ ਪਈ। ਬੇਨਤੀਆਂ ਦੇ ਸ਼ਬਦ ਬੜੇ ਵਹਿਰਾਨ ਨਾਲ ਸੰਗਤ ਪੜ੍ਹਦੀ ਜਾਵੇ, ਦਿਲ ਵਿੱਚ ਇਹੀ ਆਖਣ ਜੋ ਕਿਹੜੇ ਵੇਲੇ ਬਰੋਠੇ ਸਾਹਿਬ ਪਹੁੰਚ ਕਰ ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੇ ਦਰਸ਼ਨ ਕਰਸਾਂ। ਇਹ ਪ੍ਰੀਤੀ, ਇਹ ਚਾਓ ਸਾਰੀ ਸੰਗਤ ਦੇ ਅੰਦਰ ਸੀ। ਜਿਸ ਵੇਲੇ ਬਰੋਠੇ ਸਾਹਿਬ ਦੇ ਨੇੜੇ ਪਹੁੰਚੇ ਤਾਂ ਬੜੇ ਪ੍ਰੇਮ ਨਾਲ ਸਾਰੀ ਸੰਗਤ ਨੇ ਇਹ ਸ਼ਬਦ ਪੜਿਆ, ਰਾਗ ਬਿਲਾਵਲ ਮਹਲਾ ਪੰਜਵਾਂ, ਦੁਪ ਦੇ ਕਰਨੋਵਾ, ਏਕ ਓੰਕਾਰ ਸਤਿਗੁਰ ਪ੍ਰਸਾਦ। आपे मेल लए जब ते शरण तुम्हारी आए, तब ते दोख गए राओ। ताजे अभिमान आर चिंत बिरानी, साध शरण पए। जप जप नाम तुम्हारो प्रीतम, तांते रोग कहे। महामुगद अजान अज्ञानी, राखे तार दए। कहो नानक गुर पूरा पेटियो, आवन जान रहे। सो इसी तरह सारी संगत शबद पढ़दी पढ़दी बरोठे साहिब विच पहुँच गई। शबद दिया कनकोरा ने ते ढोलकी छैणियां दी आवाज़ ने सारे पिंड विच आनंद बना दिता। पिंड दे जमींदार तां झंडे वेख वेख कर हैरान होंदे जावन। सो इसी स्वाद ते रस विच सारी हजरत साहिब जी दी संगत श्री सतगुर बाबा संगता साहिब जी दे घर पहुंची। सो इसी स्वाद ते रस विच सारी हजरत साहिब जी दी संगत
ਸ੍ਰੀ ਸਤਿਗੁਰ ਬਾਬਾ ਸੰਗਤਾ ਸਾਹਿਬ ਜੀ ਦੇ ਘਰ ਪਹੁੰਚੀ। राम कली महला तीजा आनंद एक ओंकार सतगुर प्रसाद आनंद पिया मेरी माए सतगुरु मैं पाए सतगुर ता पाया तै चेती मन वजिया वधाइया राग रतन परवार परिया सबद गावन आया सबदो चगावो हरि केरा मन जिने वसाया कहे नानक आनंद हो सतगुरु मैं पाया ए मन मेरे तू सदा रो हर नाल रो तू मन मेरे दुख सब विसारना अंगीकारो करे तेरा कार्य सब सवार सब नागला समरथ स्वामी सो क्यों मनो विचारे कहे नानक मन में सदा रो हर नाले साचे साहिबा क्या नहीं करते रे करता तेरे सब कुछ है जिते सो पावे सदा सिफ्त तेरी नाम मन वसावे नाम जिनके मन वसया वाजे शब्द कनेरे कहे नानक सच्चे साथ क्या नहीं करते साचा नाम मेरा आधारो सच नाम आधार मेरा जिन भुखा सब भगवान करता सुख मन आए वत्या जिन इच्छा सब पूजान सदा कुर्बान किता गुर विच जितिया वढ़ियाया कहे नानक सोनो संतो सब तरो पेया साचा नाम मेरा आधार वाजे पंचवते कार सभा के सब बटवाट कल्ला जित कर तारिया पाइंदो टुद बात कीते काल कंटक मार तुर करम पाया तो जन को नाम यार के लागे कहे नानक तैं सुख हो जित कर अनयद वाजे अनंत नो वड भागियो सगल मनोरथ पूरे पार ब्रह्म प्रपाया उतरे सगल वसूरे दुख रोग संताप उतरे सोनी सच्ची बाण शांत साजन पै सर पूरे कुरते जान सुनते पुनित कहते पवे सतगुर रया परपू बिन मन ने गुर चरण लाग श्लोक पवन गुरु पाणी पिता माता तरत महात देव रातो दाई दाय खेला सगल जगात संगया या पुर आईया वाचा धर्म अधूर कर्मी आपो आपनी के नेड़े के दूर जिन्नी नाम ते आया गए मस्कत काल नानक ते मुखे उजले केती छुट्टी नाल जिन्नी नाम ते आया गए मस्कत काल नानक ते मुखे उजले केती छुट्टी नाल तुद आगे दास हमारी जियो पिंड सब तेरा प्यारिया कहो नानक सब तेरी वडिया कोई न जाने मेरा सतगुरु ओ नानक सब तेरी वड्याई कोई न जान मेरा सतगुरु एक ओंकार सतगुर प्रसाद अरदास तुझे आगे अरदास हमारे जियो पिंड सब तेरा कोह नानक सब तेरी वड्याई कोई नाम न जाने मेरा आद निरंकार जी सिमर कै गुरु नानक ले ते आए फिरंगा ते गुरु अमरदास रामदास के होए सहाय अर्जन हर गोविंदन सिमरो श्री हर राय श्री हर कृष्ण ते आइए जे डिठे सब दुख जाए ते एक बार सिमरिया घर नौ नित आवे ताए साफ ठाई होना ताए दसवें पातशाह
श्री गुरु गोबिंद सिंह जी महाराज साफ ठाइयों ताए धन धन साहब श्री ग्रंथ साहब जी आप जी की महिमा कही न जाए। धन धन सतगुरु बालक सिंह साहब जी चा तमदा मार्ग दिया बताए। धन धन सतगुरु संगता साहब जियो सतगुरु राम सिंह साहब जी चा नाम दिया वर्ताए। धन धन सतगुरु नरैन दास साहब जी जिन जम तो लिया चढ़ाए। धन धन सतगुरु साधु राम साहब जी जिन चरनी लिया लगाए। धन धन सतगुरु भगवान दास साहब जी जो अंते होए ताए। धन धन सतगुरु सेवा राम साहब जी जो अंग संग होए ताए। अंतर जामी सतगुरु जियो हाजरा हजूरो जारा जुहूरो सर्व कला पूरनो पातशाह जियो इस वक्त आप बख्शे के रहमत कार्यो अमृत तो लैके होण तक अपने सोहने दरबार सजा के सरबत साध संगत नूं दर्शन दे के निहाल करियो। आप जी दा कोटंग कोटंग धन्यवाद है। आप जी दे भाणे अंदर चार पैर रात सुख और शांता प्रीत हुई है। आप जी दे भाणे अंदर चार पैर दिन आया है। आप जी नूं भावे सुख और शांति गुजारनी बख्शिश करनी रहमत करनी कृपा करनी तरस करनी दया करनी नानक नदरी नदर निहाल करनी। अति कल युग जीव हाँ खिन खिन बोलने हारा रोम रोम गुनाहगारा ना भुल्ली ना भुलावी ना वितरी ना वितारी ओ काम करवाने जो आप जी नूं भावण ओ काम ना खुआने जो आप तो बेमुख होण। अंतर जामी सतगुरु जियो आप जी ने बख्शिश रहमत कृपा की है। हो मूर्ख कारे लाइया नानक हर कमे पातशाह जियो अमृत तो लैके होण तक आप जी दे सोहणे सचखंड दरबार अंदर दीवान सजे हन। सजे दीवान अंदर जप प्रयोग नूं मुख रखदे होए नितनेम वरनी साहब जी होए हन। तारिया जहान लिया बिमान जिन्ने दर्शन पाया जिन्ने तुनू धन किया ते नम नेड़ न आया। गुरदेवतां दे पाठ होए हन सुखमनी साहब जी दे पाठ होए हन। धन धन सतगुरु संगता साहब जियो आप दा जीवन चरित गुर इतिहास होया है। आनंद साहब 6 पौड़ियां दे पाठ होए हन। बाणी पढ़दिया होया नाम जपदिया होया बाणी सुनदिया होया बच्चियां चेपां पासों अनेकां प्रकार दियां गलतियां ते व्यक्तियां होणगियां। अनजान बच्चे समझ के माफ करना अगों तो समाट बखनी शुद्ध बाणी पढ़न दी बल उद्यम उत्साह ते प्यार बखना आई हुई सरबत साध संगत दे कारज रास करने कदम लेखे लावणे गाविया सुनिया थाएं पावना साहब जियो अरदास से बेनती है। आप जी दा महान फरमान है सतगुरु आयो शरण तुहारी मिले सुख नाम हर शोभा चिंता लाहे हमारी राहो अवर न तुझे दूजी ठायर हार परो तो द्वारे लेखा छोड़ अलेखा छूटे हम निर्गुण लियो उबारी सत बख्शिंद सदा मेरवाना सबना दे आधारी नानक दास सन पातशाह परियो राह करियो हो बारे जो मांगे ठाकुर अपने ते सोई तोई देवै नानक दास मुक्ति जो बोले इया उआ सच होवे शबद नूं मुख दे पातशाह जियो जो जो माई भाई आप जी दे सोहणे सचखंड दरबार अंदर अरदासां ते बेनतियां करियां सरबत साध संगत दियां शुभ मनोकामना पूर्ण करनियां। सरबत साध संगत नूं नाम दान इशनान चाप दार बज के आदियां ब्यादियां उपाधि बचा के चरना दा प्यार बखना साध संगत दी सेवा बखनी मन नीवा मत उच्ची बखनी मेहर भरिया हाथ तगना कीता हलोड़िए कम सवार पै आखिए कार हेठे सवार सतगुर सहित आखिए संता तंग निदान अम्बह चाखिए
पै पंजन मेहरबान दात की राखी है। नानक हर गुण गाए अल्लाह प्रभ लाखी है। नानक एक जोड़ दोह मूर्ति शब्द मिलावा होए। एको है भाई एको है साहेब मेरा एको है शब्द नू मुख रख दो। धन धन सतगुरु संगता साहब जियो आप दे सोहने स्वरूप पोती साहब की पातशाह जियो आरंभता हुई है। अरदास से बेनती है बख्शिश करनी रहमत करनी कृपा करनी आज मत अंत तक अपनी सेवा आप जानी अपने कार्य आप स्वर के सर्वत साथ संगठे सदा वास्ते मेहर परया हाथ टकना पातशाह जियो आप जी तो आज्ञा लैके कीर्तन दरबार चलणगे आज्ञा ते प्रवानगी बख्शनी रागी चिंगा दे कंठ रसीले करने अपनी सेवा आप जानी अपने कार्य आप सवारने। अरदास से बेनती है सबसे उत्तम हर की कथा नाम सुन दर्द दुख लत्था पोथी परमेश्वर का ठाव शब्द नू मुख रख दे। धन धन सतगुरु संगता साहब जियो आप दे सोहने स्वरूप पोती साहब जी का अमृत थले पातशाह जियो प्रकाश होया। उपरंत आप जी का जीवन चरित गुर इतिहास होया। इस वक्त आप तो आज्ञा लैके आप दे सोहने स्वरूप पोती साहब की सेवा होनी है। दाता जियो सुखासन साहब होएगा आज्ञा ते प्रवानगी बख्शनी पर अपने निज स्थान ते जान की कृपालता करनी परिवार नूं अते सर्वत साथ संग नूं सदा वास्ते हर प्रकार दियां खुशियां दी दात बख्शनी। आप जी दे भरे जान चो गला प्यादे गासर है आप जी रत्ती लायक होवे आप जी का चीज प्रचार सबत साथ संगते वरते सही सज्जन मिलने जिन्ना मिलिया आप जी का सोहना पवित्र नाम चेतावे। श्री गुरु नानक नाम चढ़दी कला तेरे पाने सरबत का भला। बोले सोने जरन साजे के तोए तोए पियो अरब साजे को अपना जियो साज की कूड़ करो स्नान साज ऊपर जाइए कुर्बान साध सेवा बड़े भागी पाइए साध संग वाले कीर्तन गाइए अनक बिगन से साधु राखे हर गुण गाए अमृत रस चाखे। ओट गई जी संत दरिया सर्व सुख नानक ते पाया। ओट गई जी साहिबां दरिया सर्व सुख सतगुर संग ते पाया। तारिया जहान ले आया बेमान जेने दर्शन पाया जेने तुझनु तन किया दिन जम नेड़ न आया। तारिया जहान ले आया बेमान जेने दर्शन पाया जेने तुझनु तन किया दिन जम नेड़ न आया। तारिया जहान लिया अभिमान जेने दर्शन पाया जेने तुझनु तन किया दिन जम नेड़ न आया। तारिया जहान लिया अभिमान जेने दर्शन पाया जेने तुझनु तन किया जेने
तुझनू तन किया दिन जम नेड़े गोरपुरा पेटियो वड भागे मन पिया पर खाता कोई न पहुँचन हारा दूजा अपने साहिब का परवाता अपने सतगुरु कह बलिहारे आगे सुख पाठे सुख सहजा कर आनंद हमारे जित मुख सदा चलाइया पागा रति चार नानक टेह मुख उजल तित सचे दरबार सुनी अरदास स्वामी मेरे सर्व कला बन आए प्रगट बही सगले जोगे अंतर गुरु नानक की वड्याहे प्रगट बही सगले जोगे अंतर गुरु नानक की वड्याहे धनात्री महला पंजवा सिमर सिमर स्वामी प्रभ अपना शीतल तन मन छाटे रूप रंग सुख तन जी का पार ब्रह्म मोरे जाटे सिमर सिमर स्वामी प्रभ अपना शीतल तन मन छाटे रूप रंग सुख तन जी का पार ब्रह्म मोरे जाटे रचना राम रताहन माटे रंग रंगी राम अपने का चरण कमल निड ठाटे रहाओ जिसका साथ नहीं रख लिया पूरन प्रभ की बाटे मेल लियो आपे सुख दाटे नानक हर राखी बाटे जिसका साथ नहीं रख लिया पूरन प्रभ की बाटे मेल लियो आपे सुख दाटे नानक हर राखी बाटे। ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਆਪ ਜੀ ਦੀ ਸਦਾਈ ਧੰਨ ਧੰਨ ਸਤਿਗੁਰੂ ਬਾਲਕ ਸਿੰਘ ਸਾਹਿਬ ਆਪ ਜੀ ਦੀ ਸਦਾਈ ਧੰਨ ਧੰਨ ਸਤਿਗੁਰੂ ਸੰਤਾ ਸਾਹਿਬ ਆਪ ਜੀ ਦੀ ਸਦਾਈ ਧੰਨ ਧੰਨ ਸਤਿਗੁਰੂ ਨਰੈਣ ਦਾਸ ਸਾਹਿਬ ਆਪ ਜੀ ਦੀ ਸਦਾਈ ਸਤਿਗੁਰੂ ਸਾਧੂ ਰਾਮ ਸਾਹਿਬ ਆਪ ਜੀ ਦੀ ਸਦਾਈ ਧੰਨ ਸਤਿਗੁਰੂ ਭਗਵਾਨ ਦਾਸ ਸਾਹਿਬ ਆਪ ਜੀ ਦੀ ਸਦਾਈ ਧੰਨ ਸਤਿਗੁਰੂ ਸੇਵਾਰਾਮ ਸਾਹਿਬ ਆਪ ਜੀ ਦੀ ਸਦਾਈ ਧੰਨ ਸਾਹਿਬ ਸੰਤ ਮਾਤਾ ਜੀ ਆਪ ਜੀ ਨੂੰ ਕੋਟ ਕੋਟ